ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਨਰਾਤਿਆਂ ਦੇ ਦਿਨ ਹਨ, ਦਸਹਿਰੇ ਦੇ ਦਿਨ ਹਨ। ਨਰਾਤਿਆਂ ਦਾ ਮਤਲਬ ਹੈ ਕੰਜਕਾਂ ਦੀ ਪੂਜਾ। ਕੰਜਕਾਂ ਯਾਨੀ ਕਿ ਧੀਆਂ ਧਿਆਣੀਆਂ ਤੇ ਦਸਹਿਰਾ ਹੈ ਨੇਕੀ ਦੀ ਬਦੀ ਉੱਤੇ ਜਿੱਤ। ਪਰ ਮੁਲਕ ਵਿੱਚ ਕੀ ਹੋ ਰਿਹਾ ਹੈ, ਖਾਸ ਕਰਕੇ ਧੀਆਂ ਧਿਆਣੀਆਂ ਤੇ ਔਰਤਾਂ ਨਾਲ ਕੀ ਹੋ ਰਿਹਾ ਹੈ? ਇੱਕ ਤੋਂ ਬਾਅਦ ਇੱਕ ਕਾਂਡ ਹੋ ਰਹੇ ਹਨ। ਔਰਤਾਂ, ਮੁਟਿਆਰਾਂ ਅਤੇ ਸਭ ਤੋਂ ਖਤਰਨਾਕ ਕਿ ਨਿੱਕੀਆਂ ਬੱਚੀਆਂ ਨਾਲ ਜਬਰ ਜਨਾਹ, ਬਲਾਤਕਾਰ ਅਤੇ ਫਿਰ ਬੜੇ ਘਿਨਾਉਣੇ ਢੰਗ ਨਾਲ ਉਹਨਾਂ ਦੀ ਹੱਤਿਆ। ਘਰਾਂ ਵਿੱਚ, ਖੇਤਾਂ ਵਿੱਚ, ਸੜਕਾਂ ਤੇ, ਥਾਣਿਆਂ ਵਿੱਚ, ਹਰ ਥਾਂ ਧੀਆਂ ਧਿਆਣੀਆਂ ਸੁਰੱਖਿਅਤ ਨਹੀਂ, ਔਰਤਾਂ ਸੁਰੱਖਿਅਤ ਨਹੀਂ ਤੇ ਸਭ ਤੋਂ ਘਿਨਾਉਣੀ ਗੱਲ ਹੈ ਕਿ ਥਾਣਿਆਂ ਵਿੱਚ ਵੀ। ਇਸ ਸਿਲਸਿਲੇ ਵਿੱਚ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਨੂੰ ਪ੍ਰਿਆ ਹੋਰਾਂ ਨਾਲ। ਕਨੂੰ ਪ੍ਰਿਆ ਜੋ ਐਸਐਫਐਸ ਤੋਂ ਵੀ ਨੇ ਅਤੇ ਵਿਦਿਆਰਥਣ ਆਗੂ ਵੀ ਨੇ। ਇਸ ਦੇ ਨਾਲ ਹੀ ਅਸੀਂ ਬੇਖੌਫ ਆਜ਼ਾਦੀ ਤੋਂ ਅਰਪਣ ਹੋਰਾਂ ਨਾਲ ਗੱਲਬਾਤ ਕਰਾਂਗੇ। ਅਰਪਣ ਜੋ ਪਿਛਲੇ ਦਿਨੀ ਹੀ ਇੱਕ ਇਹੋ ਜਿਹੀ ਹੀ ਘਟਨਾ ਵਿੱਚ ਜਾਂਚ ਤੇ ਤੱਥ ਜਾਣ ਕੇ ਆਏ ਹਨ ਇੱਕ ਘਟਨਾ ਦੇ, ਉਹਨਾਂ ਤੋਂ ਇਸ ਬਾਰੇ ਜਾਣਾਂਗੇ। ਫਿਜ਼ਿਕਸ ਦੀ ਵਿਦਿਆਰਥਣ, ਖੋਜ ਵਿਦਿਆਰਥਣ ਹਸਨਪ੍ਰੀਤ ਅਤੇ ਕਾਨੂੰਨ ਦੀ ਵਿਦਿਆਰਥਣ ਜੋ ਹਾਲ ਹੀ ਵਿੱਚ ਗ੍ਰੈਜੂਏਸ਼ਨ ਪੂਰੀ ਕਰਕੇ ਹਟੇ ਹਨ, ਤਨਜੀਤ। ਅਸੀਂ ਸਾਰਿਆਂ ਦਾ ਇਹਨਾਂ ਦਾ ਟੀਵੀ ਪੰਜਾਬ ਤੇ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਗੱਲਬਾਤ ਸ਼ੁਰੂ ਕਨੂੰ ਪ੍ਰਿਆ ਤੋਂ। ਕਨੂੰ ਪ੍ਰਿਆ ਜੀ, ਜਿਸ ਤਰ੍ਹਾਂ ਇਸ ਵੇਲੇ ਇੱਕ ਖਾਸ ਰਜੀਮ ਤੋਂ ਬਾਅਦ ਜਿਸ ਤਰ੍ਹਾਂ ਔਰਤਾਂ ਤੇ ਖਾਸ ਕਰਕੇ ਬੱਚੀਆਂ ਦੇ ਖਿਲਾਫ ਅਪਰਾਧ ਹੋ ਰਹੇ ਹਨ ਅਤੇ ਇਹਨਾਂ ਦਿਨਾਂ ਵਿੱਚ ਹੀ ਦੇਵੀਆਂ ਦੀ ਪੂਜਾ ਹੋ ਰਹੀ ਹੈ, ਜਦੋਂ ਧੀਆਂ ਦੀ ਪੂਜਾ ਹੋ ਰਹੀ ਹੈ ਕੰਜਕਾਂ ਕਹਿ ਕੇ, ਤੇ ਉਸ ਦੌਰਾਨ ਇੱਕ ਅਜੀਬ ਢੰਗ ਨਾਲ ਜੋ ਔਰਤਾਂ ਤੇ ਬੱਚੀਆਂ ਵਿਰੁੱਧ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਠੀਕ ਕਿ ਜਿਸ ਤਰੀਕੇ ਨਾਲ ਇਸ ਸੰਸਕ੍ਰਿਤੀ ਨੂੰ ਹੀ ਦਿਖਾਇਆ ਜਾਂਦਾ ਹੈ ਤੇ ਪ੍ਰਚਾਰਿਆ ਜਾਂਦਾ ਹੈ ਵੀ ਅਸੀਂ ਤਾਂ ਔਰਤਾਂ ਦੀ ਪੂਜਾ ਕਰਦੇ ਹਾਂ, ਉਹਨਾਂ ਨੂੰ ਦੇਵੀ ਦਾ ਦਰਜਾ ਦਿੰਦੇ ਹਾਂ, ਉਹਨਾਂ ਨੂੰ ਉਹ ਹਾਰ ਸ਼ਿੰਗਾਰ ਉਹ ਸਭ ਚੀਜ਼ਾਂ ਦਿੰਦੇ ਹਾਂ ਜਿਹੜੀਆਂ ਕਿ ਉਹਨਾਂ ਨੂੰ ਪ੍ਰਸੰਨ ਰੱਖਣ, ਖੁਸ਼ ਰੱਖਣ ਜ਼ਿੰਦਗੀ 'ਚ। ਪਰ ਜੇ ਅਸੀਂ ਉਹੀ ਹਕੀਕਤ ਦੀ ਗੱਲ ਕਰੀਏ ਤਾਂ ਇਹ ਇੱਕ ਢਾਂਚੇ ਵਿੱਚ ਔਰਤ ਨੂੰ ਇੱਕ ਮਤਲਬ ਦੁਰਗਾ ਦੀ ਜਾਂ ਫਿਰ ਇੱਕ ਦੇਵੀ ਦੀ ਜਗ੍ਹਾ ਦੇ ਕੇ ਉਸ ਤੋਂ ਬਾਅਦ ਉਹਦੇ ਨਾਲ ਜੋ ਘਟਦਾ ਹੈ ਸਾਡੇ ਸਮਾਜ ਵਿੱਚ, ਚਾਹੇ ਉਹ ਛੋਟੀ ਬੱਚੀ ਹੈ ਚਾਹੇ ਉਹ ਬਜ਼ੁਰਗ ਔਰਤ ਹੈ ਜੀ, ਉਹ ਬਿਲਕੁਲ ਹੀ ਆਪੋਜ਼ਿਟ ਹੈ। ਉਸ ਵਿੱਚ ਤੁਸੀਂ ਉਸ ਨੂੰ ਚਾਰ ਹਾਰ ਪਾ ਕੇ ਤਾਂ ਖੁਸ਼ ਕਰ ਸਕਦੇ ਹੋ ਪਰ ਉਹਨੂੰ ਪ੍ਰੋਪਰਟੀ ਰਾਈਟਸ ਨਹੀਂ ਦਓਗੇ। ਉਸ ਵਿੱਚ ਤੁਸੀਂ ਉਸ ਨੂੰ ਦੇਵੀ ਵਾਂਗੂ ਪੂਜ ਤਾਂ ਸਕਦੇ ਹੋ ਕਿਸੇ ਕਿਸੇ ਦਿਨ ਆ ਗਏ, ਪਰ ਤੁਸੀਂ ਉਸ ਨੂੰ ਹੀ ਉਸੇ ਬੱਚੇ ਨੂੰ ਬਲਾਤਕਾਰ ਦੇ ਸ਼ਿਕਾਰ ਹੋਏ ਵੀ ਦੇਖਦੇ ਹੋ। ਤੁਸੀਂ ਉਸੇ ਹੀ ਹਾਲਾਤਾਂ ਵਿੱਚ ਇਹ ਦੇਖਦੇ ਹੋ ਕਿ ਕਿੱਦਾਂ ਇੰਨੇ ਬਰੂਟਲ ਤਰੀਕੇ ਨਾਲ, ਇੰਨੇ ਕਿ ਗੰਦੇ ਤਰੀਕੇ ਨਾਲ ਔਰਤਾਂ ਦੇ ਬਲਾਤਕਾਰ ਹੁੰਦੇ ਨੇ। ਨਿੱਤ ਹੀ ਸੈਕਸ਼ੂਅਲ ਹੈਰੈਸਮੈਂਟ ਦੇ ਕੇਸ ਆਉਂਦੇ ਨੇ। ਜਿਹੜੀਆਂ ਕੁੜੀਆਂ ਆਮ ਤੌਰ 'ਤੇ ਜ਼ਿੰਦਗੀ 'ਚ ਪੜ੍ਹਨ ਜਾਂਦੀਆਂ ਨੇ, ਕੰਮ ਕਰਨ ਜਾਂਦੀਆਂ ਨੇ, ਉਹਨਾਂ ਨਾਲ ਜਿਹੜੇ ਹਾਦਸੇ ਹੁੰਦੇ ਨੇ। ਅਤੇ ਜਦੋਂ ਆਪਣੀ ਮਰਜ਼ੀ ਨਾਲ ਫੈਸਲੇ ਲੈਂਦੀਆਂ ਨੇ, ਪਿਆਰ ਦੇ ਫੈਸਲੇ, ਰਿਸ਼ਤਿਆਂ ਦੇ ਫੈਸਲੇ, ਵਿਆਹ ਦੇ ਫੈਸਲੇ, ਤਾਂ ਉਦੋਂ ਵੀ ਕਿੱਦਾਂ ਜਦੋਂ ਆਪਣਾ ਸਿਸਟਮ, ਉਹੀ ਸਟਰਕਚਰ ਜਿਹੜਾ ਇਸ ਸੰਸਕ੍ਰਿਤੀ ਨੇ ਬਚਾ ਕੇ ਰੱਖਣਾ ਸੀਗਾ, ਉਹ ਟੁੱਟਦਾ ਦਿਖੇ ਵੀ ਇਹ ਤਾਂ ਹੋਰ ਕਾਸਟ 'ਚ ਵਿਆਹ ਹੋ ਰਿਹਾ ਹੈ, ਇਹ ਤਾਂ ਸਾਡੇ ਤੋਂ ਬਿਨਾਂ ਪੁੱਛੇ ਵਿਆਹ ਹੋ ਰਿਹਾ ਹੈ, ਤਾਂ ਉਦੋਂ ਜਦੋਂ ਉਹ ਚੀਜ਼ਾਂ ਖੇਰੂ ਹੁੰਦੀਆਂ ਨੇ, ਜਦੋਂ ਉਸ ਸੰਸਕ੍ਰਿਤੀ ਦੇ ਇਸ ਢੋਂਗ ਨੂੰ ਉਹ ਸਮਝ ਜਾਂਦੀ ਹੈ, ਤਾਂ ਉਸ ਕੁੜੀ ਨੂੰ ਕਿੱਦਾਂ ਇੱਕ ਗਲਤ ਔਰਤ ਮੰਨ ਕੇ ਪਾਸੇ ਕਰ ਦਿੱਤਾ ਜਾਂਦਾ ਆ। ਉਦੋਂ ਉਹ ਦੇਵੀ ਨਹੀਂ ਰਹਿੰਦੀ, ਉਦੋਂ ਉਹ ਪੂਜਣ ਲਈ, ਗੱਲ ਸੁਣਨ ਲਈ, ਉਦੋਂ ਉਹਦਾ ਓਪੀਨੀਅਨ, ਇਹ ਸਭ ਕੁਝ ਖਤਮ ਹੋ ਜਾਂਦਾ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਇੱਕ ਦਿਖਾਵਾ ਆ ਤੇ ਉਹ ਕਿੱਥੇ ਬੈਠਾ ਆ ਤੇ ਜਿਹੜੀਆਂ ਹਕੀਕਤਾਂ ਨੇ ਉਹ ਕਿੱਥੇ ਪਈਆਂ ਨੇ। ਅਰਪਣ ਜੀ, ਪਿਛਲੇ ਦਿਨੀ ਲਗਾਤਾਰ ਉੱਤੋਂ ਰੀਤੀ ਘਟਨਾਵਾਂ ਵਾਪਰੀਆਂ ਨੇ। ਹਾਥਰਸ ਹੋ ਗਈ, ਸੋਨੀਪਤ ਵਿੱਚ ਥਾਣੇ ਵਿੱਚ ਲੜਕੀ ਨਾਲ ਬਲਾਤਕਾਰ ਹੋਇਆ ਤੇ ਯੂਪੀ ਵਿੱਚ ਹੋਰ ਬਹੁਤ ਥਾਵਾਂ ਤੇ ਉਨਾਓ ਕੇਸ ਹੈ। ਉਸ ਤੋਂ ਪਹਿਲਾਂ ਵੀ ਬਹੁਤ ਕੇਸ ਹੋ ਚੁੱਕੇ ਨੇ, ਕਠੂਆ ਕਾਂਡ, ਨਿੱਕੀ ਬੱਚੀ ਨਾਲ ਬਲਾਤਕਾਰ, ਅਤੇ ਇਹਨਾਂ ਬਾਰੇ ਹਲੇ ਗੱਲਬਾਤ ਜਾਂ ਦਰਦ ਲੋਕਾਂ ਦਾ ਹਲੇ ਸਾਹਮਣੇ ਹੀ ਆ ਰਿਹਾ ਸੀ ਕਿ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿੱਚ ਇੱਕ ਬਹੁਤ ਹੀ ਘਿਨਾਉਣੀ ਘਟਨਾ ਬੀਤ ਗਈ ਤੇ ਤੁਸੀਂ ਹਾਲ ਹੀ ਵਿੱਚ ਬੇਖੌਫ ਆਜ਼ਾਦੀ ਵੱਲੋਂ ਇੱਕ ਤੱਥ ਲੱਭਣ ਲਈ ਕਮੇਟੀ ਲੈ ਕੇ ਗਏ ਸੀ ਸੋਨੀਪਤ, ਜਿੱਥੇ ਥਾਣੇ ਵਿੱਚ ਕੁੜੀ ਨਾਲ ਬਲਾਤਕਾਰ ਹੋਇਆ। ਤੇ ਇਹ ਸਾਰੀਆਂ ਘਟਨਾਵਾਂ ਜਿਸ ਤਰ੍ਹਾਂ ਵਾਪਰ ਰਹੀਆਂ ਨੇ ਜਾਂ ਉਹਨਾਂ ਦਾ ਮੋਡਸ ਆਪਰੈਂਡਾਈ ਕੀ ਹੈ ਕਿ ਸਾਰੇ ਕੇਸ ਲਗਭਗ ਇੱਕੋ ਜਿਹੇ ਨੇ, ਤੁਸੀਂ ਜੋ ਤੱਥ ਦੇਖ ਕੇ ਆਏ ਹੋ ਉਹਦੇ ਬਾਰੇ ਸਾਨੂੰ ਕੀ ਦੱਸੋਗੇ? ਜਿਹੜੀਆਂ ਵੀ ਚੀਜ਼ਾਂ ਸਾਡੇ ਸਮਾਜ 'ਚ, ਜਿਹੜੀਆਂ ਪਿਛਲੀਆਂ ਘਟਨਾਵਾਂ ਅਗਰ ਅਸੀਂ ਦੇਖੀਏ, ਸਾਡੇ ਸਮਾਜ 'ਚ ਇੱਕ ਵਤੀਰਾ ਬਿਲਕੁਲ ਕਾਮਨ ਹੈਗਾ ਕਿ ਅਸੀਂ ਜਿਹੜੀ ਅੱਧੀ ਆਬਾਦੀ ਹੈਗੀ ਹੈ ਉਹਨੂੰ ਅਸੀਂ ਇੱਕ ਬਰਾਬਰਤਾ ਦਾ ਦਰਜਾ ਜਿਹੜਾ ਹੈਗਾ ਉਹ ਦਿੱਤਾ ਨਹੀਂ ਹੈਗਾ ਅਸੀਂ।
ਨਾ ਅਸੀਂ ਉਹਨੂੰ ਆਪਣੇ ਬਰਾਬਰ ਅਜੇ ਤੱਕ ਮੰਨਿਆ ਹੈਗਾ। ਇਹ ਜਿਹੜੀਆਂ ਘਟਨਾਵਾਂ ਹੋਈਆਂ ਇਹ ਉਹਦੀਆਂ ਹੀ ਨਿਸ਼ਾਨੀਆਂ ਨੇ ਜਿਹੜੀਆਂ ਖਾਸ ਕਰ ਜੇ ਅਸੀਂ ਦੇਖੀਏ ਕਿ ਪਿਛਲੇ ਟਾਈਮ ਤੋਂ ਖਾਸ ਕਰ ਜਦੋਂ ਤੋਂ ਥੋੜਾ ਜਿਹਾ ਕੀ ਕਹੀਏ ਕਿ ਔਰਤਾਂ ਦੇ ਮੁੱਦੇ ਤੇ ਚੀਜ਼ਾਂ ਤੇਜ਼ੀ ਫੜੀਆਂ ਨੇ ਸੰਘਰਸ਼ਾਂ ਨੇ ਖਾਸ ਕਰ, ਤਾਂ ਉਦੋਂ ਤੋਂ ਇਹ ਮੁੱਦੇ ਜਿਹੜੇ ਹੈਗੇ ਇਸ਼ੂ ਜਿਹੜੇ ਹੈਗੇ ਸਾਡੇ ਸਾਹਮਣੇ ਰਿਪੋਰਟ ਹੋਣੇ ਸ਼ੁਰੂ ਹੋਏ ਨੇ। ਉਦੋਂ ਤੋਂ ਹੀ ਕੁਝ ਜਿਹੜੇ ਘਟਨਾਵਾਂ ਨੇ ਸਾਡੇ ਸਾਹਮਣੇ ਰਿਪੋਰਟ ਹੁੰਦੀਆਂ ਨੇ, ਪਰ ਬਹੁਤੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਰਿਪੋਰਟ ਵੀ ਨਹੀਂ ਹੁੰਦੀਆਂ। ਖਾਸ ਕਰ ਜਿਹੜਾ ਇਸ਼ੂ ਦੇ ਉੱਤੇ ਅਸੀਂ ਫੈਕਟ ਫਾਈਂਡਿੰਗ ਕਰਨ ਗਏ ਸੀਗੇ ਪਿੱਛੇ ਜੇ, ਇਹ ਹੈਗਾ ਸੋਨੀਪਤ ਦੇ ਕੋਲੇ ਬੁਟਾਨਾ ਪਿੰਡ ਹੈਗਾ। ਉੱਥੇ ਦੋ ਕੁੜੀਆਂ ਚੋਂ ਇੱਕ ਕੁੜੀ ਨੇ ਅਕਿਊਜ਼ਡ ਹੈਗੀ ਆ ਉਹ ਮਰਡਰ ਦੀ, 2 ਪੁਲਿਸਮੈਨ ਦੇ ਮਰਡਰਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੈਗੀ ਆ ਤੇ ਉਹਨੇ ਇਹ ਲਾਇਆ ਕਿ ਉਹਦੇ ਨਾਲ ਜੇਲ੍ਹ ਦੇ ਵਿੱਚ ਰੇਪ ਹੋਇਆ ਹੈਗਾ। ਪਰ ਉੱਤੇ ਜਿਹੜਾ ਫਿਨੋਮੇਨਾ ਜਿਹੜਾ ਅਸੀਂ ਉੱਤੇ ਜਾ ਕੇ ਨੋਟ ਵੀ ਕੀਤਾ, ਲੋਕਾਂ ਨੂੰ ਇਹ ਲੱਗਦਾ ਕਿ ਭਾਈ ਉੱਤੇ ਰੇਪ ਨਹੀਂ ਹੋ ਸਕਦਾ, ਪੁਲਿਸ ਵਾਲੇ ਰੇਪ ਨਹੀਂ ਕਰ ਸਕਦੇ। ਕੀ ਗੱਲ, ਪੁਲਿਸ ਵਾਲੇ ਕਿਉਂ ਰੇਪ ਨਹੀਂ ਕਰ ਸਕਦੇ? ਕਸਟਡੀਅਲ ਰੇਪ ਕੀ ਕਾਮਨ ਨਹੀਂ ਹੋ ਸਕਦਾ ਹੈਗਾ? ਔਰ ਲੋਕਾਂ ਦਾ ਇਹ ਗੱਲ ਹੈਗਾ ਕਿ ਕੁੜੀ ਨੇ ਮਰਡਰ ਕੀਤਾ ਤਾਂ ਉਹਦਾ ਰੇਪ ਹੋ ਜਾਣਾ ਚਾਹੀਦਾ ਸੀਗਾ। ਮਤਲਬ ਮਰਡਰ ਤੇ ਮੁੰਡੇ ਵੀ ਕਰਦੇ ਹੈਗੇ ਨੇ, ਕੁੜੀ ਵੀ ਮਰਡਰ ਕਰਦੀ ਹੈ, ਪਰ ਕੁੜੀ ਦੇ ਕੇਸ 'ਚ ਇੱਕ ਸਜ਼ਾ ਸਾਨੂੰ ਐਕਸਟਰਾ ਦੇਖਣ ਨੂੰ ਮਿਲਦੀ ਹੈਗੀ ਹੈ। ਰੇਪ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਸੈਕਸ਼ੂਅਲ ਵਾਇਲੈਂਸ ਐਜ਼ ਅ ਟੂਲ ਵੀ ਵਰਤਿਆ ਜਾਂਦਾ ਹੈਗਾ ਟੂ ਸਪਰੈਸ ਵੂਮਨ। ਇਹ ਅੱਜ ਕੱਲ੍ਹ ਖਾਸ ਕਰ ਇੱਕ ਫਿਨੋਮੀਨਾ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਕਿ ਜਿੱਥੇ ਵੀ ਸਾਨੂੰ ਇਹ ਲੱਗਦਾ ਕਿ ਔਰਤ ਜਿਹੜੀ ਹੈ ਉਹ ਆਪਦੀ ਆਜ਼ਾਦੀ ਲਈ ਲੜ ਰਹੀ ਹੈਗੀ ਹੈ, ਔਰਤ ਆਪਦੇ ਹੱਕਾਂ ਲਈ ਉੱਠ ਰਹੀ ਹੈਗੀ ਹੈ, ਜਾਂ ਔਰਤ ਕੋਈ ਰਿਬੀਲੀਅਸ ਐਕਟੀਵਿਟੀ ਕਰ ਰਹੀ ਹੈ, ਇੰਡੀਵਿਜੂਅਲ ਔਰਤ ਵੀ ਕਿਤੇ ਵੀ ਆਪਦੇ ਇੰਡੀਵਿਜੂਅਲ ਹੱਕਾਂ ਦੇ ਲਈ ਵੀ ਕਿਤੇ ਖੜੀ ਹੋ ਰਹੀ ਹੈ, ਉਹਨੂੰ ਸਪਰੈਸ ਕਰਨ ਲਈ ਕੀ ਯੂਜ਼ ਕੀਤਾ ਜਾਂਦਾ? ਸੈਕਸ਼ੂਅਲ ਵਾਇਲੈਂਸ ਐਜ਼ ਅ ਟੂਲ ਯੂਜ਼ ਕੀਤਾ ਹੋਇਆ ਸਾਨੂੰ ਸੋਸਾਇਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਅਤੇ ਜਿਹੜੀਆਂ ਦੂਜੀਆਂ ਰੇਪ ਘਟਨਾਵਾਂ ਨੇ ਉਹਦੀ ਬਰੂਟੈਲਿਟੀ ਦਿਨੋਂ ਦਿਨ ਵੱਧਦੀ ਹੀ ਜਾਂਦੀ ਹੈ। ਜਿਹੜਾ ਖਾਸ ਕਰ ਜਿਹੜਾ ਆਹ ਕੰਜਕ ਪੂਜਨ ਵਾਲੇ ਤਿਉਹਾਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਇਹਨਾਂ ਮੁੱਦਿਆਂ ਉੱਤੇ ਡਿਸਕਸ਼ਨਸ ਦਾ ਉਠਾਉਣਾ ਤੇ ਡਿਸਕਸ਼ਨਸ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਪਾਸੇ ਜਦੋਂ ਅਸੀਂ ਕੁੜੀ ਨੂੰ ਦੇਵੀ ਬਣਾ ਕੇ ਪੂਜਨ ਦੀਆਂ ਗੱਲਾਂ ਕਰਦੇ ਹਾਂ ਤੇ ਉਸੇ ਪਾਸੇ ਜਦੋਂ ਅਸੀਂ ਉਸੇ ਦੇਵੀ ਨੂੰ ਪੈਰਾਂ 'ਚ ਰੋਲਣ ਦੀਆਂ ਗੱਲਾਂ ਕਰਦੇ ਹਾਂ, ਤਾਂ ਅਸੀਂ ਉਸੇ ਸਮਾਜ 'ਚ 2 ਤਰ੍ਹਾਂ ਦੇ ਪਲੜਿਆਂ ਤੇ ਇੱਕੋ ਟਾਈਮ ਤੇ ਪੈਰ ਧਰ ਰਹੇ ਹੁੰਦੇ ਆ। ਜਾਂ ਤਾਂ ਸਾਡਾ ਇੱਕ ਝੂਠ ਹੈਗਾ, ਜਾਂ ਤਾਂ ਅਸੀਂ ਕੁੜੀ ਨੂੰ ਦੇਵੀ ਨਹੀਂ ਮੰਨਦੇ ਹੈਗੇ, ਜਾਂ ਸਾਡਾ ਦੂਜਾ ਝੂਠ ਹੈਗਾ ਕਿ ਅਸੀਂ ਜਿਹੜਾ ਹੈਗਾ ਕੁੜੀ ਨੂੰ ਉਹਦੀ ਐਗਜ਼ਿਸਟੈਂਸ ਦੇ ਜਿਹੜੇ ਰਾਈਟਸ ਨੇ ਉਹ ਦੇਣਾ ਨਹੀਂ ਚਾਹੁੰਦੇ ਹੈਗੇ। ਅਸੀਂ ਇਹ ਚਾਹੁੰਦੇ ਹਾਂ ਕਿ ਹਾਂ ਉਹ ਸਾਡੀ ਪੈਰ ਦੀ ਜੁੱਤੀ ਹੈਗੀ, ਅਸੀਂ ਇਹ ਮੰਨ ਕੇ ਹੀ ਚੱਲਣਾ ਚਾਹੁੰਦੇ ਹੈਗੇ ਆ। ਤਾਂ ਜੀ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਜੇ ਆਪਾਂ ਚੇਤੇ ਕਰੀਏ ਨਿਰਭਇਆ ਕਾਂਡ ਜਦੋਂ ਹੋਇਆ ਸੀ ਤਾਂ ਦੇਸ਼ ਭਰ ਵਿੱਚ ਮੁਜ਼ਾਹਰੇ ਹੋਏ ਸਨ, ਰੋਸ ਅੰਦੋਲਨ ਉੱਠਿਆ ਸੀ, ਇੰਨੀ ਵੱਡੀ ਲਹਿਰ ਉੱਠੀ ਸੀ ਕਿ ਸਰਕਾਰ ਨੂੰ ਬਹੁਤ ਫੈਸਲੇ ਲੈਣੇ ਪਏ ਸਨ। ਤੇ ਪਰ ਉਸ ਤੋਂ ਬਾਅਦ ਦੀ ਸਰਕਾਰ ਵਿੱਚ ਇਹ ਲਗਾਤਾਰ ਹੋ ਰਿਹਾ ਹੈ ਕਿ ਇਹ ਸਵਾਲ ਆਪਾਂ ਕਰਦੇ ਹਾਂ ਕਿ ਕੀ ਇਹਦੇ 'ਚ ਪੋਲੀਟੀਕਲ ਦਖਲਅੰਦਾਜ਼ੀ ਇਸ ਤਰ੍ਹਾਂ ਕਿ ਪੋਲੀਟੀਕਲ ਦਖਲਅੰਦਾਜ਼ੀ ਨਹੀਂ ਹੈ, ਜਾਣੀ ਕਿ ਲੋਕਾਂ ਨੂੰ ਰੋਕਿਆ ਨਹੀਂ ਜਾ ਰਿਹਾ ਗਲਤ ਗੱਲਾਂ ਕਰਨੋਂ। ਕੀ ਇਹ ਆਪਾਂ ਸਵਾਲ ਕਰਦੇ ਹਾਂ, ਅਸੀਂ ਹਸਨ ਹੋਰਾਂ ਨਾਲ ਗੱਲ ਕਰਦੇ ਹਾਂ ਕਿ ਹਸਨਪ੍ਰੀਤ ਹੋਰਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਉਹ ਮੰਨਦੇ ਨੇ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਪੋਲੀਟੀਕਲ ਨਾ ਅਹਿਲੀਅਤ, ਨਲਾਇਕੀ ਵੀ ਸ਼ਾਮਲ ਹੈ ਕਿ ਇਹ ਘਟਨਾਵਾਂ ਵੱਧ ਰਹੀਆਂ ਨੇ। ਹਸਨਪ੍ਰੀਤ ਜੀ, ਦੇਖੋ ਪੂਰੇ ਦੇਸ਼ ਦੇ ਅੰਦਰ ਨਾ ਜਦੋਂ ਇੱਕ ਤਰੀਕੇ ਦਾ ਮਾਹੌਲ ਹੁੰਦਾ ਜਿਹੜਾ ਆਪਾਂ ਕਹਿੰਦੇ ਆ ਵੀ ਮੇਨ ਸਟ੍ਰੀਮ ਆ, ਜਦੋਂ ਨਿਰਭਇਆ ਜਿਹੜਾ ਗੈਂਗ ਰੇਪ ਦਾ ਕਾਂਡ ਹੋਇਆ ਸੀ ਉਦੋਂ ਇੱਕ ਮਾਹੌਲ ਮੇਨ ਸਟ੍ਰੀਮ ਸੀਗਾ ਵੀ ਜਗ੍ਹਾ ਦੇ ਉੱਤੇ ਲੋਕ ਸੜਕਾਂ ਦੇ ਉੱਤੇ ਸੀਗੇ ਵੀ ਕਾਂਗਰਸ ਦੇ ਰਜੀਮ ਦੇ ਅੰਦਰ ਇਹ ਹੋ ਕਿਵੇਂ ਗਿਆ, ਤਾਂ ਕਾਂਗਰਸ ਸਰਕਾਰ ਨੂੰ ਲਾ ਕੇ ਛੱਡਾਂਗੇ, ਇਹ ਕੁੜੀ ਨੂੰ ਇਨਸਾਫ ਤਾਂ ਮਿਲੂਗਾ ਜੇ ਸਰਕਾਰ ਦੀ ਜਵਾਬਦੇਹੀ ਹੋਊਗੀ। ਚਲੋ ਉਹ ਤੋਂ ਬਾਅਦ ਦੇ ਅੰਦਰ ਉਹ ਹੋਰ ਗੱਲਾਂ ਨੇ ਵੀ ਜੁਡੀਸ਼ੀਅਲ ਉਹਦੇ ਅੰਦਰ ਜਾ ਕੇ ਉਹ ਕੁੜੀ ਨੂੰ ਕਿੰਨਾ ਕੁ ਇਨਸਾਫ ਮਿਲ ਗਿਆ, ਜੇ ਉਹਦੇ ਰੇਪਿਸਟਾਂ ਨੂੰ ਵੀ ਹੈਂਗ ਕਰਤਾ ਤਾਂ ਕਿੰਨਾ ਕੁ ਇਨਸਾਫ ਮਿਲ ਗਿਆ। ਹੁਣ ਦੇ ਟਾਈਮ ਦੇ ਅੰਦਰ ਆਪਾਂ ਕਠੂਆ ਤੋਂ ਸ਼ੁਰੂ ਹੋ ਜਾਂਦੇ ਹਾਂ, ਜਿਹੜੇ ਜ਼ਿਆਦਾ ਮੇਨ ਸਟ੍ਰੀਮ ਕੇਸ ਹੋਏ ਨੇਗੇ, ਕਠੂਆ ਵਾਲਾ ਕੇਸ ਆ, ਉਨਾਓ ਵਾਲਾ ਕੇਸ ਆ, ਉਹ ਤੋਂ ਬਾਅਦ ਦੇ ਅੰਦਰ ਰੀਸੈਂਟਲੀ ਹਥਰਸ ਵਾਲਾ ਕੇਸ ਆ, ਇਹ ਤੋਂ ਬਿਨਾਂ ਬੈਂਗਲੌਰ ਦੇ ਅੰਦਰ ਇੱਕ ਵੈਟਰਨੇਰੀਅਨ ਸੀ ਉਹਨੂੰ ਮਾਰ ਦਿੱਤਾ ਗਿਆ ਸੀ, ਉਹ ਵਾਲਾ ਕੇਸ ਸੀ। ਇਹਨਾਂ ਸਾਰੇ ਕੇਸਾਂ ਦੇ ਅੰਦਰ ਨਾ ਇੱਕ ਚੀਜ਼ ਆ ਜਿਹੜੀ ਕਿ ਸੈਂਟਰਲ ਆ, ਉਹ ਹੈਗਾ ਇਹਨਾਂ ਕੇਸਾਂ ਦਾ ਮੀਡੀਆ ਟਰਾਇਲ ਤੇ ਪੋਲੀਟੀਕਲ ਟਰਾਇਲ। ਉਹ ਪੋਲੀਟੀਕਲ ਟਰਾਇਲ ਇੱਦਾਂ ਆ ਵੀ ਜਦੋਂ ਹਥਰਸ ਦੇ ਕੇਸ ਦੇ ਅੰਦਰ ਯੋਗੀ UAPA ਲਾ ਕੇ ਜਿਹੜੇ ਉੱਥੇ ਜਰਨਲਿਸਟ ਜਾ ਰਹੇ ਨੇ ਉਹਨਾਂ ਨੂੰ ਸਿੱਟ ਦਿੰਦਾ ਜੇਲ੍ਹਾਂ ਦੇ ਅੰਦਰ, ਇਹ ਤੋਂ ਬਾਅਦ ਦੇ ਅੰਦਰ ਇੱਕ ਪੂਰਾ ਨੈਰੇਟਿਵ ਤਿਆਰ ਕੀਤਾ ਜਾਂਦਾ ਵੀ ਕੁੜੀ ਦਾ ਰੇਪ ਤਾਂ ਹੋਇਆ ਹੀ ਹੈ ਨਹੀਂ, ਪੂਰਾ ਜਿਹੜਾ ਉਹਦਾ ਪਿੰਡ ਹੈਗਾ 300 ਪੁਲਿਸ ਵਾਲੇ ਲਾ ਕੇ ਉਹਦੀ ਘੇਰਾਬੰਦੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਫੈਕਟ ਫਾਈਂਡਿੰਗ ਨਾ ਹੋ ਸਕੇ। ਤੇ ਅੱਜ ਦਾ ਕੀ ਜਿਹੜਾ ਮਾਹੌਲ ਆ ਵੀ ਉੱਥੇ ਠਾਕੁਰਾਂ ਦੀਆਂ ਪੰਚਾਇਤਾਂ ਹੋ ਰਹੀਆਂ ਨੇ। ਠਾਕੁਰ ਕਿਹੜੇ ਨੇ?
ਠਾਕੁਰ ਯੋਗੀ ਦੀ ਆਪਣੀ ਬਿਰਾਦਰੀ ਆ, ਜਿਹੜੇ ਅਪਰ ਕਾਸਟ ਹਿੰਦੂ ਸੈਕਸ਼ਨ ਯੂਪੀ ਦਾ, ਜਿਨ੍ਹਾਂ ਕੋਲੇ ਮੈਕਸਿਮਮ ਜ਼ਮੀਨਾਂ ਨੇ, ਜਿਹੜੇ ਕਿ ਮਨੂ ਸਮ੍ਰਿਤੀ ਦੇ ਸਭ ਤੋਂ ਵੱਡੇ ਐਡਵੋਕੇਟ ਨੇ, ਜਿਹੜੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹਦੇ ਅੰਦਰ ਇਹ ਚੀਜ਼ਾਂ ਦੀ ਐਡਵੋਕੇਸੀ ਕਰਦੇ ਨੇ ਵੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਸਿਰ ਦਾ ਹਮੇਸ਼ਾ ਕੋਈ ਵਾਲੀ ਵਾਰਸ ਹੁੰਦਾ। ਜਦੋਂ ਉਹ ਉਹਨਾਂ ਦੀ ਮੋਰਲ ਪੋਲਿਸਿੰਗ ਨਹੀਂ ਕੀਤੀ ਜਾਂਦੀ ਨਾ, ਉਹਨਾਂ ਦੇ ਘਰ ਦੇ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਵੀ ਆਪਣੀ ਸੀਮਾ 'ਚ ਕਿਵੇਂ ਰਹੀਦਾ ਹੁੰਦਾ, ਕੱਪੜੇ ਕਿਹੋ ਜਿਹੇ ਪਾਈਦੇ ਹੁੰਦੇ ਨੇ, ਕਿਹੜੇ ਵੇਲੇ ਬਾਹਰ ਜਾਈਦਾ ਹੁੰਦਾ। ਜਿਹੜੇ ਠਾਕੁਰ ਨੇ ਉਹਨਾਂ ਤੋਂ ਦੱਬ ਕੇ ਰਹੀਦਾ ਹੁੰਦਾ, ਕਿਉਂਕਿ ਉਹਨਾਂ ਦੇ ਘਰ ਦੇ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ, ਇਸ ਕਰਕੇ ਉਹਨਾਂ ਦੇ ਨਾਲ ਰੇਪ ਹੁੰਦੇ ਨੇ। ਤੇ ਇਹਨੂੰ ਆਪਾਂ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਪੁਲਿਸ ਬੈਕ ਕਰਦੀ ਆ, ਇਹਨਾਂ ਚੀਜ਼ਾਂ ਨੂੰ ਤੁਹਾਡੇ ਜਿਹੜਾ ਸਟੇਟ ਹੈਗਾ ਉਹਦਾ ਚੀਫ ਮਿਨਿਸਟਰ ਬੈਕ ਕਰਦਾ ਆ, ਉਹਨੂੰ ਆਪਾਂ ਕਹਿੰਦੇ ਆ ਵੀ ਇਹਨਾਂ ਚੀਜ਼ਾਂ ਦਾ ਪੋਲੀਟੀਕਲ ਟ੍ਰਾਇਲ ਹੋ ਰਿਹਾ। ਜਦੋਂ ਕਠੂਆ ਦੇ ਕੇਸ ਦੇ ਅੰਦਰ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਅੰਦਰ ਤਿਰੰਗਾ ਲੈ ਕੇ ਜਿਹੜੇ ਬੀਜੇਪੀ ਦੇ ਐਮਪੀ ਨੇ ਉਹਨਾਂ ਨੇ ਉੱਥੇ ਰੈਲੀਆਂ ਕੱਢੀਆਂ, ਉਹ ਪੋਲੀਟੀਕਲ ਟ੍ਰਾਇਲ ਆ। ਹਥਰਸ ਵਾਲੇ ਕੇਸ ਦੇ ਅੰਦਰ ਜਦੋਂ ਠਾਕੁਰਾਂ ਦੀ ਮੀਟਿੰਗ ਹੋਈ ਆ, ਉਦੋਂ 2 ਦਿਨ ਬਾਅਦ ਬੀਜੇਪੀ ਦੇ ਐਕਸ ਐਮਪੀ ਨੇ ਉੱਥੇ ਇੱਕ ਸਭਾ ਬੁਲਾਈ ਆ। ਉੱਥੇ ਤੁਸੀਂ ਮਤਲਬ ਬੜੀ ਬੇਸ਼ਰਮੀ ਦੀ ਗੱਲ ਆ ਵੀ ਉਹਦੇ ਪਿੰਡ ਦੇ ਅੰਦਰ ਇੱਕ ਬੰਦੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਕੁੜੀ ਦੇ ਪਿੰਡ ਦੇ ਅੰਦਰ। ਐਸਡੀਐਮ ਉਹਦੇ ਘਰੇ ਜਾ ਕੇ ਬਾਰ-ਬਾਰ ਕੁੜੀ ਦੇ ਘਰਦਿਆਂ ਨੂੰ ਧਮਕਾ ਰਿਹਾ। ਰੋਜ਼ ਜਿਹੜੇ ਨਿਊਜ਼ਪੇਪਰ ਨੇ ਉਹਨਾਂ ਦੇ ਫਰੰਟ ਪੇਜ ਦੇ ਉੱਤੇ ਆ ਗੱਲਾਂ ਆ ਰਹੀਆਂ ਨੇ। ਫਿਰ ਉੱਥੋਂ ਦੇ ਬੀਜੇਪੀ ਦੇ ਐਕਸ ਮਿਨਿਸਟਰ ਦੀ ਇਹ ਹਿੰਮਤ ਹੋਣਾ, ਇਹ ਪੋਲੀਟੀਕਲ ਟ੍ਰਾਇਲ ਆ ਵੀ ਉੱਥੇ ਜਾ ਕੇ ਜਦੋਂ ਇਹ ਕਹਿ ਰਿਹਾ ਨਾ ਵੀ ਇਹ ਜਿਹੜੇ 4 ਬੰਦੇ ਨੇ ਇਹ ਸਾਡੀ ਬਿਰਾਦਰੀ ਦੇ ਨੇ, ਇਹ ਠਾਕੁਰ ਨੇ, ਉਹ ਕੁੜੀ ਗਲਤ ਸੀ, ਉਹ ਕੁੜੀ ਪਹਿਲਾਂ ਤੋਂ ਉਹਦੇ ਕਰੈਕਟਰ ਦੇ ਉੱਤੇ ਸਵਾਲ ਕਰਦਾ, ਇਹਨਾਂ ਨੇ ਕੁਝ ਨਹੀਂ ਕੀਤਾ, ਇਹ ਜਿਹੜੇ ਬੰਦੇ ਨੇ ਇਹ ਨਿਰਦੋਸ਼ ਨੇ। ਤੇ ਆਪਾਂ ਆਸ-ਪਾਸ ਸਭ ਜਗ੍ਹਾ ਦੇ ਉੱਤੇ ਪ੍ਰੋਪੇਗੈਂਡਾ ਕਰਾਂਗੇ, ਆਪਾਂ ਇੱਕ ਲਹਿਰ ਬਣਾਵਾਂਗੇ, ਇੱਕ ਮੂਵਮੈਂਟ ਬਣਾਵਾਂਗੇ ਵੀ ਰੇਪਿਸਟਾਂ ਨੂੰ, ਇਹਨਾਂ 4 ਬੰਦਿਆਂ ਨੂੰ ਬਚਾਇਆ ਜਾਵੇ। ਇਹ ਜਿਹੜਾ ਹੈਗਾ ਇਹ ਸਾਡੇ ਦੇਸ਼ ਦਾ ਅੱਜ ਦਾ ਮਾਹੌਲ ਆ। ਜਦੋਂ ਇੱਕ ਟਾਈਮ ਦੇ ਉੱਤੇ ਨਾ ਪਹਿਲਾਂ ਇਦਾਂ ਸੀ ਵੀ ਇਹੋ ਜਿਹੀ ਕੋਈ ਘਟਨਾ ਹੋਈ ਆ ਤਾਂ ਸਾਰੇ ਬੰਦੇ ਕੰਬ ਗਏ ਵੀ ਇਹੋ ਜਿਹੀ ਕੋਈ ਘਟਨਾ ਹੋ ਗਈ। ਹੁਣ ਜਦੋਂ ਇਹੋ ਜਿਹੀ ਕੋਈ ਘਟਨਾ ਹੁੰਦੀ ਆ ਨਾ ਤਾਂ ਉਹ ਤੋਂ ਬਾਅਦ ਚੋਂ ਬੰਦੇ ਇਹ ਕੰਬਦੇ ਨੇ ਵੀ ਜੇ ਪੁਲਿਸ ਕੋਲ ਚਲੇ ਗਏ ਤਾਂ ਸਾਨੂੰ ਪਤਾ ਹੈ ਬੀਜੇਪੀ ਕਿਹੋ ਜਿਹੀ ਆ ਬਈ, ਸਾਨੂੰ ਪਤਾ ਸਾਡੀ ਸਟੇਟ ਕਿਹੋ ਜਿਹੀ ਆ, ਸਾਨੂੰ ਪਤਾ ਸਾਡਾ ਪ੍ਰਧਾਨ ਮੰਤਰੀ ਕਿਹੋ ਜਿਹਾ, ਉਹਦੀ ਇਨਵੈਸਟੀਗੇਸ਼ਨ ਵੀ ਕੌਣ ਕਰੂਗਾ। ਹੁਣ ਦੀ ਇਨਵੈਸਟੀਗੇਸ਼ਨ ਸੀਆਈਏ ਕੋਲ ਚਲੀ, ਆਪਣੇ ਕੋਲ ਸੀਬੀਆਈ ਕੋਲ ਚਲੀ ਗਈ। ਸੀਬੀਆਈ ਤਾਂ ਪੀਐਮਓ ਤੋਂ ਸਾਰੇ ਡਾਇਰੈਕਟ ਆਰਡਰਸ ਲੈਂਦੀ ਆ, ਜਿਹੜਾ ਕੁਝ ਪੀਐਮਓ ਨੇ ਕਹਿਤਾ ਉਹ ਸੀਬੀਆਈ ਨੇ ਕਹਿਤਾ। ਮੈਂ ਕੋਈ ਸਕੋਪ ਹੀ ਹੈ ਨਹੀਂ, ਕੋਈ ਸਕੋਪ ਨਹੀਂ ਹੈਗਾ ਜਸਟਿਸ ਦਾ। ਤਾਂ ਇਹੋ ਜਿਹੇ ਮਾਹੌਲ ਦੇ ਅੰਦਰੋਂ ਕਿੰਨੇ ਕੁ ਕੇਸਿਸ ਹੈਗੇ ਨੇ ਜਿਹੜੇ ਪੁਲਿਸ ਦੇ ਅਦਾਰਿਆਂ ਤੱਕ ਵੀ ਪਹੁੰਚਣਗੇ। ਤਾਂ ਇਹਦੇ 'ਚ ਨਾ ਆਪਾਂ ਅੱਜ ਕੱਲ੍ਹ ਤਾਂ ਬੜੀ ਰਿਪੀਟੇਟਿਵ ਜੀ ਗੱਲ ਹੋ ਗਈ। ਮੈਂ ਬੀਜੇਪੀ ਆਈ ਆ ਤੇ ਬੀਜੇਪੀ ਹਿੰਦੂ ਰਾਸ਼ਟਰ ਲੈ ਕੇ ਆਉਣਾ ਚਾਹੁੰਦੀ ਹੈ ਤੇ ਯੂਪੀ ਉਹਨਾਂ ਦਾ ਹਿੰਦੂ ਰਾਸ਼ਟਰ ਦਾ ਮਾਡਲ ਹੈ। ਤਾਂ ਜਿਹੜੇ ਹਥਰਸ ਕੇਸ ਦੇ ਅੰਦਰੋਂ ਚੀਜ਼ ਜਿਹੜੀ ਸਾਹਮਣੇ ਨਿਕਲ ਕੇ ਆਈ ਆ ਨਾ ਵੀ ਹਿੰਦੂ ਰਾਸ਼ਟਰ ਮਨੂ ਸਮ੍ਰਿਤੀ ਦੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਤੇ ਚੱਲੂਗਾ। ਤੇ ਮਨੂ ਸਮ੍ਰਿਤੀ ਕਹਿੰਦੀ ਆ ਵੀ ਜਿਹੜੇ ਦਲਿਤ ਨੇ, ਜਿਹੜੇ ਸ਼ੂਦਰ ਨੇ, ਜਿਹੜੇ ਅਨਟੱਚੇਬਲਸ ਨੇ, ਇਹਨਾਂ ਦੇ ਕੋਲ ਕੋਈ ਰਾਈਟਸ ਨਹੀਂ ਹੁੰਦੇ। ਠੀਕ ਹੈ, ਇਹ ਸੈਕੰਡ ਗ੍ਰੇਡ ਸਿਟੀਜ਼ਨਸ ਨੇ ਜਿਹੜੇ ਕਿ ਅਪਰ ਕਲਾਸਟ ਹਿੰਦੂ ਨੂੰ ਸਰਵ ਕਰਨ ਵਾਸਤੇ ਬਣੇ ਹੋਏ ਨੇ। ਤਾਂ ਉਹਦੇ ਵਿੱਚ ਉਹਨਾਂ ਦੀਆਂ ਜਿਹੜੀ ਮਾਈਨੋਰਿਟੀਜ਼, ਜਿਹੜੇ ਮੁਸਲਮਾਨ ਨੇ ਜਾਂ ਜਿਹੜੇ ਦਲਿਤ ਨੇ ਜਾਂ ਜਿਹੜੀਆਂ ਔਰਤਾਂ ਨੇ, ਉਹਨਾਂ ਦੇ ਆਹੀ ਰਾਈਟਸ ਨੇ ਵੀ ਜਿੰਨਾ ਚਿਰ ਤੁਸੀਂ ਸਾਡੇ ਤੋਂ ਦੱਬ ਕੇ ਰਹੋਗੇ ਉਹਨਾਂ ਚਿਰ ਠੀਕ ਆ, ਜਦੋਂ ਤੁਸੀਂ ਸਾਡੇ ਤੋਂ ਬਾਹਰ ਆਏ ਤਾਂ ਤੁਹਾਡੇ ਨਾਲ ਆਹੀ ਧੱਕਾ ਹੋਊਗਾ, ਤੁਹਾਡੇ ਸਰੀਰਾਂ ਦੇ ਨਾਲ ਧੱਕਾ ਕੀਤਾ ਜਾਊਗਾ, ਤੁਹਾਡੀਆਂ ਮਰੀਆਂ ਹੋਈਆਂ ਡੈੱਡ ਬੋਡੀਜ਼ ਨੂੰ ਰਾਤ ਨੂੰ ਜਲਾਇਆ ਜਾਊਗਾ। ਫਿਰ ਤੁਹਾਡੀਆਂ ਕੋਰਟਸ ਜਿੰਨਾ ਮਰਜ਼ੀ ਕਹੀ ਜਾਣ ਵੀ ਬੰਦੇ ਦੇ ਮਰੇ ਹੋਏ ਸਰੀਰ ਦੇ ਅੰਦਰ ਡਿਗਨਿਟੀ ਆ, ਸਵਾ ਡਿਗਨਿਟੀ ਆ। ਜਦੋਂ ਉਹ ਕੁੜੀ ਜਿਉਂਦੀ ਸੀ, ਉਹ ਕੁੜੀ ਦੇ ਜਿਹੜੇ ਉਹਨੇ ਆਪਣੇ ਬਿਆਨ ਦਿੱਤੇ ਨੇ, ਉਹ ਬਿਆਨ ਤੁਸੀਂ ਮੰਨ ਨਹੀਂ ਰਹੇ। ਤੁਸੀਂ ਕਹਿ ਰਹੇ ਹੋ ਕੁੜੀ ਦਾ ਰੇਪ ਹੀ ਨਹੀਂ ਹੋਇਆ, ਫਿਰ ਤੁਹਾਡੀ ਕੋਰਟ 100 ਕਹਿ ਦੇਵੇ ਵੀ ਨਹੀਂ ਜੀ ਉਹਦੇ ਤਾਂ ਮਰੇ ਹੋਏ ਸਰੀਰ 'ਚ ਵੀ ਡਿਗਨਿਟੀ ਸੀਗੀ, ਤੁਸੀਂ ਆਨਸਰੇਬਲ ਹੋ। ਕਿਹਨੂੰ ਆਨਸਰੇਬਲ ਹੋ? ਕਿਹਨੂੰ ਲੈ ਕੇ ਆਨਸਰੇਬਿਲਿਟੀ ਆ? ਲੋਕਾਂ ਨੂੰ ਲੈ ਕੇ ਆਨਸਰੇਬਿਲਿਟੀ ਆ। ਲੋਕਾਂ ਨੂੰ ਤੁਸੀਂ ਧਰਨੇ ਨਹੀਂ ਕਰਨ ਦੇ ਰਹੇ, ਲੋਕਾਂ ਤੇ ਤੁਸੀਂ UAPA ਲਗਾ ਰਹੇ ਹੋ। ਮਤਲਬ ਯੋਗੀ ਨੇ ਉੱਥੇ 3 ਅਨਨੋਨ ਬੰਦਿਆਂ ਤੇ ਸੈਡੀਸ਼ਨ ਦੇ ਚਾਰਜਸ ਪਾਏ। ਜੀ ਬਿਲਕੁਲ ਹੈ ਨਾ। ਤਾਂ ਇਹ ਚੀਜ਼ਾਂ ਨੂੰ ਮੈਨੂੰ ਇਹ ਲੱਗਦਾ ਵੀ ਇਹ ਇੱਕ ਨਵਾਂ ਟ੍ਰੈਂਡ ਆ ਜਿਹੜਾ ਬੀਜੇਪੀ ਸਰਕਾਰ ਨੇ, RSS ਨੇ, RSS ਦੇ ਨਾਲ ਜਿੰਨੇ ਵੀ ਹਿੰਦੂ ਸੰਗਠਨ ਨੇ, ਬਹੁਤ ਸਾਰੇ ਸੰਗਠਨ ਨੇ ਜਿਹੜੇ ਇਹਦੇ ਨਾਲ RSS ਨੂੰ ਆਪਣੀ ਪੋਲੀਟੀਕਲ ਆਈਡੀਓਲੋਗ ਮੰਨ ਕੇ ਕੰਮ ਕਰਦੇ ਨੇ, ਅਲੱਗ-ਅਲੱਗ ਨਾਮਾਂ ਤੋਂ ਉਹ ਸੰਗਠਨ ਨੇ। ਤਾਂ ਉਹ ਸੰਗਠਨ ਜਿਹੜੇ ਨੇਗੇ ਉਹ ਇੱਕ ਪੋਲਿਟਿਕਸ ਦੀ ਅਗਵਾਈ ਕਰਦੇ ਨੇ। ਉਹ ਪੋਲਿਟਿਕਸ ਦੀ ਅਗਵਾਈ ਦੇ ਹੇਠ ਜਿਹੜੇ ਔਰਤਾਂ ਦੇ ਨਾਲ ਹੋ ਰਹੇ ਧੱਕੇ ਨੇ ਉਹ ਰੀਸੈਂਟਲੀ ਵੱਧ ਰਹੇ ਨੇ। ਉਹ ਸਿਰਫ ਰੇਪ ਤੱਕ ਸੀਮਿਤ ਨਹੀਂ, ਹੁਣ ਉਹ ਮਰਡਰ ਤੱਕ ਜਾਂਦੇ ਨੇ। ਉਹ ਸਿਰਫ ਮਰਡਰ ਤੱਕ ਸੀਮਿਤ ਨਹੀਂ, ਹੁਣ ਉਹ ਕੁੜੀਆਂ ਦੇ ਸਰੀਰ ਜਾਲਣ ਤੱਕ ਜਾਂਦੇ ਨੇ। ਤੇ ਆਉਣ ਵਾਲੇ ਟਾਈਮ ਦੇ ਅੰਦਰ ਇਹ ਚੀਜ਼ਾਂ ਵਧਣਗੀਆਂ ਜਦੋਂ ਤੱਕ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਐਦਾਂ ਹੀ ਜਵਾਬਦੇਹੀ ਤੋਂ ਬਿਨਾਂ ਜਾਂਦੇ ਨੇ, ਬਾਹਰ ਆਉਂਦੇ ਨੇ। ਜਦੋਂ ਤੱਕ ਯੋਗੀ ਇੱਕ ਸੈਕਿੰਡ ਦੇ ਅੰਦਰ ਪੂਰੇ ਦੇ ਪੂਰੇ ਯੂਪੀ ਨੂੰ ਚੱਕਾ ਜਾਮ ਕਰਕੇ ਵੀ ਇੱਥੇ ਕੋਈ ਜਰਨਲਿਸਟ ਵੜਨਾ ਨਹੀਂ ਚਾਹੀਦਾ ਜਿਹੜਾ ਹਥਰਸ ਦੇ ਕੇਸ ਦੇ ਅੰਦਰ ਗੱਲ ਕਰੇ। ਤਾਂ ਇਹ ਜਿਹੜਾ ਮਾਹੌਲ ਹੈ ਇਹ ਆਉਣ ਵਾਲੇ ਟਾਈਮ 'ਚ ਵਧੂਗਾ ਤੇ ਵੱਧਦਾ ਦਿਖ ਵੀ ਰਿਹਾ। ਜਿਵੇਂ ਉਹ ਹਰਿਆਣੇ ਦੀ ਗੱਲ ਕਰ ਰਹੇ ਨਾ, ਅਗਲਿਆਂ ਨੇ 14 ਦਿਨ ਨੂੰ
14 ਦਿਨ ਕੁੜੀ ਦੇ ਨਾਲ ਧੱਕਾ ਕੀਤਾ, ਪੁਲਿਸ ਕਸਟਡੀ ਦੇ ਅੰਦਰ ਧੱਕਾ ਕੀਤਾ, ਤੇ ਫਿਰ ਵੀ ਬਾਹਰ ਇਹ ਗੱਲ ਚੱਲ ਰਹੀ ਹੈ ਵੀ ਨਹੀਂ ਜੀ ਕੁੜੀ ਖਰਾਬ ਹੋਣੀ ਆ, ਉਹਦੇ ਤੇ ਮਰਡਰ ਦਾ ਕੇਸ ਹੈ, ਉਹਨੇ ਸ਼ਾਇਦ ਬੰਦੇ ਮਾਰਤੇ। 10 ਬੰਦੇ ਮਾਰਤੇ ਦਾ ਮਤਲਬ ਤੁਸੀਂ ਕੁੜੀ ਨਾਲ 14 ਦਿਨ ਉਹਦੇ ਨਾਲ ਰੇਪ ਕਰੋ। ਜੀ 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 ਜਿਸ ਤਰ੍ਹਾਂ ਹਸਨਪ੍ਰੀਤ ਹੋਰਾਂ ਨੇ ਚੁਣੇ ਹੋਏ ਲੋਕਾਂ ਤੇ, ਜਿਹੜੇ ਚੁਣੇ ਹੋਏ ਪ੍ਰਤੀਨਿਧ ਨੇ ਲੋਕਾਂ ਦੇ, ਸਟੇਟ ਦਾ ਸੀਐਮ ਹੋ ਗਿਆ, ਐਮਪੀਜ਼ ਹੋ ਗਏ ਜਾਂ ਐਮਐਲਏਜ਼ ਹੋ ਗਏ, ਉਹਨਾਂ ਤੇ ਵੀ ਸਵਾਲ ਉਠਾਇਆ, ਉਹਨਾਂ ਦੀਆਂ ਕਰਨੀਆਂ ਤੇ ਸਵਾਲ ਉਠਾਇਆ। ਭਾਰਤ ਇੱਕ ਜਮਹੂਰੀ ਮੁਲਕ ਹੈ। ਮੈਂ ਸਵਾਲ ਕਰਦੀ ਹਾਂ ਤਨਜੀਤ ਹੋਰਾਂ ਨੂੰ। ਤਨਜੀਤ, ਕਿਉਂਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ, ਸਾਨੂੰ ਇਹ ਦੱਸੋ ਕਿ ਜਮਹੂਰੀ ਮੁਲਕ ਵਿੱਚ ਨਿਆਂਪਾਲਿਕਾ ਤੇ ਇੱਕ ਆਜ਼ਾਦ ਹਸਤੀ ਹੈ, ਤੁਹਾਨੂੰ ਕੀ ਲੱਗਦਾ ਨਿਆਂਪਾਲਿਕਾ ਅਤੇ ਪੁਲਿਸ ਇਹਨਾਂ ਅਜਿਹੇ ਮਾਮਲਿਆਂ ਵਿੱਚ ਕੀ ਭੂਮਿਕਾ ਨਿਭਾ ਰਹੇ ਨੇ? ਕੀ ਉਹਨਾਂ ਦੀ ਭੂਮਿਕਾ ਸਹੀ ਹੈ ਜਾਂ ਸ਼ੱਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗੀ ਜਿਹੜੇ ਕੇਸ ਜਿਹੜੇ ਜਾ ਕੇ ਜੁਡੀਸ਼ਰੀ ਦਾ ਦਰਵਾਜ਼ਾ ਖੜਕਾਉਂਦੇ ਨੇ, ਉਹਦੇ ਵਿੱਚ ਉਹ ਵੀ ਸਿਰਫ ਜਿਹੜੇ 94 ਨਾਂ ਅਸੀਂ ਪਹਿਲਾਂ ਲਏ ਨੇ ਕਿ ਹਥਰਸ ਵਾਲਾ ਹੋ ਗਿਆ, ਉਨਾਓ ਰੇਪ ਕੇਸ ਹੋ ਗਿਆ, ਇਹ ਕੁਛ ਕੀ ਕੇਸ ਨੇ, ਬਾਕੀ ਤਾਂ ਅਨਰਿਪੋਰਟਡ ਹੀ ਰਹਿ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਹਸਨ ਨੇ ਕਿਹਾ ਕਿ ਇਹ ਜਿਹੜੀ ਪੋਲੀਟੀਕਲ ਅਸਰਸ਼ਨ ਦੀ ਗੱਲ ਹੈ, ਇਹ ਪੋਲੀਟੀਕਲ ਪ੍ਰੈਸ਼ਰ ਹੈ, ਇਹ ਚਾਹੇ ਅਸੀਂ ਲੋਅਰ ਲੈਵਲ ਤੋਂ ਹੀ ਗੱਲ ਕਰੀਏ, ਇਹ ਲੋਅਰ ਲੈਵਲ ਸਾਡੇ ਅਸੀਂ ਪਿੰਡਾਂ ਤੋਂ ਸ਼ੁਰੂ ਕਰ ਦਈਏ, ਜਿੱਥੋਂ ਦਾ ਇਹ ਕੇਸ ਰਿਪੋਰਟ ਹੁੰਦਾ, ਉੱਥੋਂ ਦੀ ਜਿਹੜੀ ਪੋਲੀਟੀਕਲ ਅਸਰਸ਼ਨ ਆ ਇਹ ਸਾਰੀ ਉੱਥੋਂ ਸ਼ੁਰੂ ਹੋ ਜਾਂਦੀ ਹੈ, ਫਿਰ ਹੌਲੀ ਹੌਲੀ ਸਟੈਪ ਤੋਂ ਪੁਲਿਸ ਤੱਕ ਆਉਂਦੀ ਹੈ, ਫਿਰ ਸਲੋਲੀ ਜਦੋਂ ਇਹ ਜੁਡੀਸ਼ਰੀ ਤੱਕ ਪਹੁੰਚਦੀ ਆ, ਉੱਥੇ ਜਿਹੜਾ ਇਹ ਹੈ ਕਿ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਕੇਸ ਹੈਗਾ ਜੁਡੀਸ਼ਰੀ ਤੱਕ, ਮਤਲਬ ਪੂਰਾ ਨਿਆਂ ਦੀ ਅਸੀਂ ਗੱਲ, ਜਦੋਂ ਪਹਿਲੇ ਹੀ ਇੰਨਾ ਬੈਕਲੌਗ ਚੱਲ ਰਿਹਾ ਤਾਂ ਕੇਸਾਂ ਦੀ ਸੁਣਵਾਈ ਨੂੰ ਬਹੁਤ ਹੀ ਲੰਬਾ ਚਿਰ ਹੋ ਜਾਂਦਾ। ਅਸੀਂ ਨਿਰਭਇਆ ਦਾ ਕੇਸ ਲੈ ਲਈਏ, ਉਹਦੇ 'ਚ ਕੋਈ 7-8 ਸਾਲ ਲੱਗ ਗਏ, ਕਿ ਜਿਹੜਾ ਇਨ ਬਿਟਵੀਨ ਜਿਹੜਾ ਪੂਰਾ ਸਮਾਂ ਗਾ ਉਹਦੇ 'ਚ ਇੰਨੀ ਹੈਰਸਮੈਂਟ ਆ, ਘਰਦਿਆਂ ਤੇ ਬੌਦਰੇਸ਼ਨ ਆ, ਸਾਰਾ ਉਹ ਜਿੰਨਾ ਉਹਦੇ ਲਈ ਜ਼ਿੰਮੇਵਾਰ ਕੌਣ ਆ? ਪ੍ਰੋਬਲਮ ਤਾਂ ਇਹ ਹੈ ਜੁਡੀਸ਼ਰੀ ਦੇ ਵਿੱਚ ਕਿ ਉਹਨਾਂ ਦੀ ਜਲਦੀ ਤੋਂ ਜਲਦੀ ਕੇਸਿਸ ਖਤਮ ਨਹੀਂ ਕੀਤੇ ਜਾਂਦੇ, ਉਹਨਾਂ ਦਾ ਬਹੁਤ ਜ਼ਿਆਦਾ ਡਿਲੇ ਪ੍ਰੋਸੈਸ ਚੱਲਦਾ। ਬਾਕੀ ਜਿਹੜੀ ਭੂਮਿਕਾ ਉਹ ਤਾਂ ਉਹ ਸਾਨੂੰ ਸਮਝ ਹੀ ਲੈਣੀ ਚਾਹੀਦੀ ਆ ਕਿ ਚਾਹੇ ਪੁਲਿਸ ਆ, ਜਿਹੜੇ ਇਨ ਬਿਟਵੀਨ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਵੀ ਬਹੁਤ ਬਾਇਸਨੈਸ ਚੱਲਦੀ ਆ। ਤੇ ਉਸ ਤੋਂ ਬਾਅਦ ਜਿਹੜਾ ਮੇਨ ਅੱਜ ਉਹਨਾਂ ਨੇ ਮਤਲਬ ਮੈਡਮ ਨੇ ਗੱਲ ਵੀ ਕੀਤੀ ਹੈ ਕਿ ਜਿਹੜਾ ਮੇਨ ਅੱਜ ਕੰਜਕਾਂ ਪੂਜਣ ਵਾਲਾ, ਮਤਲਬ ਕੰਜਕਾਂ ਪੂਜੀਆਂ ਗਈਆਂ ਨੇ, ਸਾਨੂੰ ਇਹ ਬਹੁਤ ਹੀ ਅੱਜ ਸਾਨੂੰ ਕੁਐਸਚਨ ਕਰਨਾ ਬਣਦਾ ਕਿ ਅੱਜ ਉਹ ਦਿਨ ਅਸੀਂ ਪਿਛਲੇ ਇੰਨੇ ਸਾਲਾਂ ਤੋਂ ਕਿ ਅੱਜ ਤੱਕ ਮਤਲਬ ਜਿਹੜਾ ਸਾਡੇ ਔਰਤਾਂ ਤੇ ਇੰਨਾ ਜ਼ੁਲਮ ਹੋ ਰਿਹਾ ਕਿ ਉਹਨੂੰ ਸਾਨੂੰ ਕਿੰਨਾ ਕੁ ਖਤਮ ਹੋ ਗਿਆ, ਬਲਕਿ ਉਹਦੇ ਘਿਨਾਉਣੇ ਰੂਪ ਆਉਣੇ ਸ਼ੁਰੂ ਹੋ ਗਏ। ਅਸੀਂ ਰੇਪ ਕੇਸਾਂ 'ਚ ਦੇਖੀਏ, ਪਹਿਲਾਂ ਤਾਂ ਠੀਕ ਹੈ ਜੀ ਰੇਪ ਕੇਸ ਹੁੰਦਾ ਸੀ, ਹੁਣ ਉਸ ਤੋਂ ਬਾਅਦ ਤਾਂ ਉਹਨਾਂ ਦੀ ਬੋਡੀਆਂ ਨੂੰ ਜਲਾਵ ਤੱਕ ਵੀ ਦਿੱਤਾ ਜਾਂਦਾ। ਤੇ ਇਹ ਸਾਰੇ ਤੇ ਸਾਨੂੰ ਅੱਜ ਦਾ ਦਿਨ ਆ ਕਿ ਸਾਨੂੰ ਕੁਐਸਚਨ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹ ਸਵਾਲ ਕਿਹਨੂੰ ਕਰ ਸਕਦੇ ਹਾਂ? ਸਮਾਜ ਨੂੰ ਹੀ ਜਾਂ ਕਿ ਧਾਰਮਿਕ ਹਸਤੀਆਂ ਨੂੰ? ਕਿਹਨੂੰ ਸਵਾਲ ਕਰੀਏ? ਜਿਸ ਤਰ੍ਹਾਂ ਕਿ ਤੁਹਾਡੇ ਹੀ ਸੁਣੀ ਹੋਈ ਗੱਲ ਨੂੰ ਅਸੀਂ ਅੱਗੇ ਤੋਰੀਏ ਤਾਂ ਇਹ ਆਪਾਂ ਸਵਾਲ ਕਿਹਨੂੰ ਕਰੀਏ? ਇਹ ਜਿਹੜੇ ਕੁਐਸਚਨ ਨੇ ਇਹ ਸਾਨੂੰ ਆਪਸ ਵਿੱਚ, ਮਤਲਬ ਇਹ ਸਾਨੂੰ ਯੂਨੀਵਰਸਿਟੀਆਂ ਲੈਵਲ ਤੋਂ, ਸਾਨੂੰ ਮਤਲਬ ਪਿੰਡਾਂ ਦੇ ਵਿੱਚ, ਮਤਲਬ ਇਹ ਸਾਨੂੰ ਅਲੱਗ-ਅਲੱਗ ਇਹ ਮੂਵਮੈਂਟਾਂ ਦੇ ਥਰੂ ਸਾਨੂੰ ਮਤਲਬ ਇਹ ਸਵਾਲ ਚੁੱਕਣੇ ਚਾਹੀਦੇ ਨੇ ਕਿ ਸਾਡੇ ਲੋਕ ਇਹ ਅੱਜ ਦੇ ਦਿਨ ਮਤਲਬ ਇਹ ਕੁਐਸਚਨ ਨੂੰ ਲੈ ਕੇ ਅਵੇਅਰ ਹੋਣ। ਜੀ ਤਨਜੀਤ ਹੋਰਾਂ ਦਾ ਕਹਿਣਾ ਕਿ ਬਹੁਤ ਸਾਰੇ ਕੇਸ ਰਿਪੋਰਟ ਨਹੀਂ ਹੋ ਰਹੇ ਤੇ ਸਾਡੀ ਨਿਆਂਪਾਲਿਕਾ ਤੇ ਵੀ ਦਬਾਅ ਇੱਕ ਤਰ੍ਹਾਂ ਦਾ ਹੈ, ਪੁਲਿਸ ਤੰਤਰ ਤੇ ਤਾਂ ਹੈ ਹੀ ਹੈ ਦਬਾਅ, ਜੇ ਅਸੀਂ ਸੋਨੀਪਤ ਵਾਲੀ ਘਟਨਾ ਨੂੰ ਦੇਖੀਏ। ਤੇ ਮੈਂ ਮੁੜ ਕੇ ਫਿਰ ਕਨੂਪ੍ਰਿਆ ਹੋਰਾਂ ਕੋਲ ਚੱਲਦੀ ਹਾਂ, ਉਹਨਾਂ ਨਾਲ ਗੱਲ ਕਰਦੀ ਹਾਂ। ਕਨੂਪ੍ਰਿਆ ਹੋਰਾਂ ਤੋਂ ਆਪਾਂ ਚੱਲਦੇ ਇਹ ਸਵਾਲ ਸੰਖੇਪ 'ਚ ਉਹਨਾਂ ਤੋਂ ਜਵਾਬ ਚਾਹਾਂਗੇ ਕਿ ਕਨੂੰ ਸਾਨੂੰ ਇਹ ਦੱਸੋ ਭਈ ਹੁਣ ਜਦੋਂ ਇੱਕ ਖਾਸ ਤੌਰ ਤੇ ਇਸ ਸਿਆਸੀ ਰਜੀਮ ਵਿੱਚ ਔਰਤਾਂ ਦੇ ਖਿਲਾਫ ਇਹ ਅਪਰਾਧ ਵਧੇ ਹਨ, ਕੀ ਇਹ ਔਰਤਾਂ ਨੂੰ ਤੇ ਬੱਚੀਆਂ, ਖਾਸ ਕਰਕੇ ਔਰਤਾਂ ਨੂੰ ਹੀ, ਕਿਉਂਕਿ ਬੱਚੀਆਂ ਤਾਂ ਉਹ ਤਾਂ ਅਣਜਾਣ ਨੇ, ਭੋਲੀਆਂ ਨੇ, ਹਨਾ, ਉਹਨਾਂ ਵਿਰੁੱਧ ਜੋ ਅਪਰਾਧ ਹੋ ਰਹੇ ਨੇ ਕਿ ਉਹ ਇਸ ਕਰਕੇ ਹੋ ਰਹੇ ਨੇ ਕਿ ਇੱਕ ਸੁਣਾਉਣੀ, ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਔਰਤਾਂ ਨੂੰ ਕਿ ਖਬਰਦਾਰ ਜੇ ਆਜ਼ਾਦੀ ਮੰਗੀ ਤਾਂ, ਜੇ ਆਜ਼ਾਦੀ ਦਾ ਸੁਪਨਾ ਵੀ ਲਿਆ, ਕਿ ਇਹੋ ਜਿਹਾ ਸਾਡੇ ਰਜੀਮ ਦੀ ਇਹ ਹੈ, ਸਾਨੂੰ ਮਤਲਬ ਔਰਤਾਂ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ? ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਰਜੀਮ ਦੀਆਂ ਨੀਹਾਂ ਤੇ ਤਾਂ ਪੈਟਰੀਆਰਕੀ ਪਿੱਤਰ ਸੱਤਾ ਹੈ ਹੀ ਹੈ, ਜਿੰਨੇ ਉਹਦਾ ਪੂਰਾ ਉੱਤੋਂ ਤੱਕ ਦਾ ਢਾਂਚਾ ਜਿਹੜਾ ਹੈਗਾ ਉਹਨੂੰ ਬਰਕਰਾਰ ਰੱਖਣ ਲਈ ਪਾਇਆ ਹੋਇਆ ਹੈ। ਨੀਹਾਂ ਜਿਹੜੀਆਂ ਹੈਗੀਆਂ ਨੇ ਉਸ 'ਚ ਔਰਤਾਂ ਨੂੰ ਕਿੱਦਾਂ ਦੱਬਿਆ ਜਾਣਾ ਚਾਹੀਦਾ ਆ, ਕਿਹੜੇ ਰੀਤੀ ਰਿਵਾਜਾਂ ਦੇ ਜ਼ਰੀਏ, ਕਿਹੜੇ ਢੰਗ ਨਾਲ ਪੂਰਾ ਬੱਚੀ ਜਦੋਂ ਹੁੰਦੀ ਆ ਉਸ ਤੋਂ ਲੈ ਕੇ ਵਿਆਹ ਹੋਣ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਪੂਰਾ ਇੱਕ ਸਫ਼ਰ ਔਰਤ ਦਾ, ਉੱਥੇ ਕਿੱਥੇ ਕਿਹੜੇ ਚੈੱਕ ਪੁਆਇੰਟਸ ਲਾਣੇ ਨੇ, ਉਹ ਇਸ ਸਿਸਟਮ ਨੇ ਤਿਆਰ ਕੀਤੇ ਹੋਏ ਨੇ, ਇਸ ਰਜੀਮ ਨੇ ਹੀ ਤਿਆਰ ਕੀਤੇ ਹੋਏ ਨੇ। ਹੁਣ ਉਹ ਇਸ ਸਮੇਂ ਵਿੱਚ ਜਦੋਂ ਇੱਕ ਬਹੁਤ ਹੀ ਤਿੱਖੇ ਤਰੀਕੇ ਨਾਲ ਆ ਰਹੀ ਹੈ ਆਪਣੀ ਆਈਡੀਓਲੋਜੀ ਨੂੰ ਲੈ ਕੇ, ਜਦੋਂ ਹਿੰਦੂ ਰਾਸ਼ਟਰ ਨੂੰ ਲੈ ਕੇ ਆ ਰਹੀ ਆ,
ਤਾਂ ਫਿਰ ਹਿੰਦੂ ਰਾਸ਼ਟਰ ਨੂੰ ਜਦੋਂ ਪ੍ਰਚਾਰ ਲੈ ਕੇ ਆਂਦੀ ਆ ਤਾਂ ਜਿਹੜਾ ਉਹ ਸਟਰਕਚਰ ਲੈ ਕੇ ਆਂਦੀ ਆ ਉਹ ਔਰਤ ਨੂੰ ਪਾਲਤੂ ਬਣਾ ਕੇ ਗਊ ਬਣਾ ਕੇ ਹੀ ਚੱਲਣ ਵਾਲਾ ਹੈ। ਉਸ 'ਚ ਜੇ ਤੁਹਾਡੀ ਔਰਤ ਆਪ ਫੈਸਲੇ ਲੈਣ ਲੱਗ ਗਈ ਤਾਂ ਉਹ ਤੁਹਾਡੀ ਜਾਤ ਕਿਵੇਂ ਬਚੇਗੀ ਜੇ ਉਹਨੇ ਆਪੇ ਫੈਸਲੇ ਲੈ ਲਏ? ਤੁਹਾਡੀ ਕਲਾਸ ਕਿਵੇਂ ਬਚੇਗੀ ਜੇ ਉਹਨੇ ਜ਼ਮੀਨੀ ਹੱਕ ਆਪਣੇ ਲੈ ਲਏ? ਤਾਂ ਕਿੱਦਾਂ ਇੱਕ ਮਰਦ ਦੇ ਵੰਸ਼ ਚੱਲਣ ਲੱਗ ਜਾਣਗੇ? ਤਾਂ ਉਹ ਜਿਹੜਾ ਇੱਕ ਪੂਰਾ ਢਾਂਚਾ ਹੀ ਹੈ ਨਾ ਰਜੀਮ ਦਾ, ਜਿਸ 'ਚ ਉਹਨਾਂ ਨੇ ਇੱਕ ਖਾਸ ਜਾਤ ਨੂੰ ਧਰਮ ਨੂੰ ਪ੍ਰੈਫਰੈਂਸ ਦੇਣੀ ਆ, ਉਹਦਾ ਵਜੂਦ ਨਹੀਂ ਬਚੂਗਾ ਜੇ ਔਰਤ ਆਪਣੇ ਫੈਸਲੇ ਆਪੇ ਲੈਣ ਲੱਗ ਗਈ। ਤਾਂ ਇਸ ਸਮੇਂ ਵਿੱਚ ਉਹ ਇੱਕ ਉਂਗਲੀ ਆ ਵੀ ਉਹ ਚੁੱਪ ਕਰਾ ਰਹੇ ਨੇ। ਕਿੰਨਾਂ ਨੂੰ ਚੁੱਪ ਕਰਾ ਰਹੇ ਨੇ? NRC CAA ਲੈ ਕੇ ਆਏ, ਮੁਸਲਮਾਨ ਚੁੱਪ ਹੋ ਜਾਣ। ਕਸ਼ਮੀਰੀਆਂ ਲਈ 370 ਹਟਾ ਦਿੱਤਾ ਕਿ ਤੁਸੀਂ ਟਿਕ ਜਾਓ। ਹੁਣ ਔਰਤਾਂ ਦੇ ਲਈ ਦਿਨ ਪ੍ਰਤੀ ਦਿਨ ਰੇਪ ਵੱਧ ਰਹੇ ਨੇ ਤੇ ਡਿਟੇਲਸ ਇੰਨੀਆਂ ਅਲੱਗ-ਅਲੱਗ ਤੇ ਇੰਨੀਆਂ ਘਿਨੌਣੀਆਂ ਹੋ ਗਈਆਂ ਨੇ ਕਿ ਅਸੀਂ ਯੂਜ਼ਡ ਟੂ ਹੋ ਗਏ ਕਿ ਸਿੰਪਲ ਰੇਪ ਤਾਂ ਸਾਨੂੰ ਲੱਗਦਾ ਰੇਪ ਹੋਇਆ, ਹੁਣ ਉਹਦੇ ਬਾਅਦ ਇੰਨਾ ਕੁਝ ਹੋ ਜਾਂਦਾ ਆ। ਕਦੀ ਕੁਝ ਯੂਜ਼ ਕੀਤਾ ਜਾਂਦਾ ਹੈ, ਕਦੀ ਡੰਡਾ ਹੈ, ਕਦੀ ਕੱਚ ਦੀਆਂ ਬੋਤਲਾਂ ਨੇ, ਕਦੀ ਪਟਾਕੇ ਨੇ। ਜਿੱਦਾਂ ਅਸੀਂ ਕਿੰਨਾ ਕੁਝ ਨਹੀਂ ਸੁਣ ਲਿਆ ਅਸੀਂ ਹੁਣ ਤੱਕ, ਜਾਂ ਭਾਵੇਂ ਭਵਰੀ ਦੇਵੀ ਆ ਗਈ ਹੈ, ਸੋਨੀ ਸ਼ੋਰੀ ਨੇ ਇੰਨਾ ਲੜਿਆ ਹੈ। ਤਾਂ ਹੁਣ ਉਹ ਸਾਫ਼ ਤਰੀਕੇ ਨਾਲ ਇੱਕ ਅਟੈਕ ਆ ਵੀ ਅਸੀਂ ਇਹਨਾਂ ਲੋਕਾਂ ਤੇ ਕਰਾਂਗੇ। ਉਹਦੇ ਵਿੱਚ ਔਰਤਾਂ ਵੀ ਇੱਕ ਉਹਦਾ ਮੁੱਖ ਟਾਰਗੇਟ ਰਹਿਣਗੀਆਂ। ਮਾਈਨੋਰਿਟੀਜ਼ ਤਾਂ ਰਹੀਆਂ ਹੀ ਨੇ, ਘੱਟ ਗਿਣਤੀਆਂ ਤਾਂ ਰਹੀਆਂ ਹੀ ਨੇ, ਲੈਂਗੁਏਜ ਤਾਂ ਰਹੀ ਹੋਈ ਹੈ। ਜਿਹੜੇ ਲਿੰਗੁਇਸਟਿਕ ਮਾਈਨੋਰਿਟੀਜ਼ ਵੀ ਤਾਂ ਉਹਨਾਂ ਦੀ ਇੱਕ ਹਥਿਆਰ, ਮਤਲਬ ਉਹਨਾਂ ਵੱਲ ਵੀ ਇਹਨਾਂ ਦਾ ਇੱਕ ਟਾਰਗੇਟ ਤਾਂ ਰਿਹਾ ਹੀ ਆ। ਤਾਂ ਇਹੋ ਜਿਹੇ 'ਚ ਔਰਤਾਂ ਨੂੰ ਬਹੁਤ ਹੀ ਸੁਚੇਤ ਹੋ ਕੇ ਲੜਾਈ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਦੋਂ ਇਹੋ ਜਿਹੀ ਇੱਕ ਵੇਵ ਆ ਰਹੀ ਹੈ ਜਿਹੜੀ ਆਈ ਹੋਈ ਹੈ, ਉਹਨਾਂ ਨੇ ਉਹਦੀ ਸਥਾਪਤੀ ਕਰ ਦਿੱਤੀ ਹੈ। ਇਹ ਜਿਹੜੇ ਹੁਕਮਰਾਨ ਨੇ ਇਹ ਆਪਣੇ ਹਿੰਦੂ ਰਾਸ਼ਟਰ ਦੀਆਂ ਨੀਹਾਂ ਪੱਕੀਆਂ ਕਰ ਚੁੱਕੇ ਨੇ। ਹੁਣ ਉਹਨੂੰ ਚਲਾਉਣਾ ਕਿੱਦਾਂ ਹੈ, ਕਿਹਨੂੰ ਡਰਾਉਣਾ ਹੈ, ਧਮਕਾਉਣਾ ਹੈ, ਉਹਦੇ ਕਾਨੂੰਨ ਪਾਸ ਕੀਤੇ ਜਾ ਰਹੇ ਨੇ, ਉਹਦੀਆਂ ਨੀਤੀਆਂ ਕੱਢੀਆਂ ਜਾਂਦੀਆਂ ਨੇ ਪਾਰਲੀਮੈਂਟ 'ਚੋਂ। ਤਾਂ ਇਹੋ ਜਿਹੇ 'ਚ ਜੁਡੀਸ਼ਰੀ 'ਚੋਂ ਕਿੰਨੀ ਕੁ ਉਮੀਦ ਰੱਖੀ ਜਾਂਦੀ ਹੈ ਜਾਂ ਫਿਰ ਪੁਲਿਸ ਤੋਂ ਕਿੰਨੀ ਉਮੀਦ ਰੱਖੀ ਜਾਂਦੀ ਹੈ? ਮੇਰੇ ਮੁਤਾਬਿਕ ਤਾਂ ਨਾ ਮਾਤਰ ਹੈ ਵੀ ਜਦੋਂ ਪੁਲਿਸ 'ਚ ਗਈ ਦਾ ਵੀ ਰੇਪ ਹੋ ਜਾਣਾ ਆ ਤਾਂ ਫਿਰ ਸਾਡੀ ਉਮੀਦ ਇਹੋ ਜਿਹੇ ਨਿਆਂਪਾਲਿਕਾ ਤੋਂ ਕਿੱਥੇ ਜਾ ਕੇ ਭੁਗਤੂਗੀ? ਉਹ ਤਾਂ ਫਿਰ ਲੋਕਾਂ ਤੋਂ ਹੀ ਬਚਦੀ ਹੈ ਵੀ ਲੋਕ ਸਮਝ ਜਾਣ, ਔਰਤਾਂ ਸਮਝ ਜਾਣ ਵੀ ਜਿੱਥੇ ਸਾਡੀਆਂ ਪਈਆਂ ਹੀ ਜੰਜੀਰਾਂ ਨੇ ਅਸੀਂ ਉਹਨਾਂ ਦੇ ਵੱਲ ਨਾ ਜਾਈਏ। ਅਸੀਂ ਸਮਝੀਏ ਕਿ ਸਾਡੇ ਰਾਈਟਸ ਕੀ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਜਦੋਂ ਅਸੀਂ ਲੜਾਈ ਬੰਨਾਂਗੇ ਨਾ ਤਾਂ ਉਹ ਖੁਦ ਵਿੱਚ ਹੀ ਇਹਨਾਂ ਦੇ ਢਾਂਚੇ ਨੂੰ ਟੱਕਰ ਦੇਗੀ, ਇਹਨਾਂ ਦੇ ਢਾਂਚੇ ਨੂੰ, ਇਹਨਾਂ ਦੀ ਰਜੀਮ ਨੂੰ ਟੱਕਰ ਦੇਗੀ। ਕਨੂਪ੍ਰਿਆ ਦਾ ਕਹਿਣਾ ਹੈ ਕਿ ਸਾਨੂੰ ਇਹ ਸੱਤਾ ਨੂੰ ਚੈਲੰਜ ਕਰਨਾ ਪਏਗਾ। ਅੱਧੀ ਆਬਾਦੀ, ਜਿਸ ਤਰ੍ਹਾਂ ਕਿ ਅਰਪਨ ਹੋਰਾਂ ਨੇ ਆਖਿਆ ਸੀ ਕਿ ਅੱਧੀ ਆਬਾਦੀ ਦੀ ਹੋਂਦ ਸਟੇਕ ਤੇ ਹੈ। ਆਪਾਂ ਅਖੀਰ ਵਿੱਚ ਇਹਨਾਂ ਤੋਂ ਇਹ ਗੱਲ ਸਮੇਟਣਗੇ ਅਰਪਨ ਕਿ ਹੁਣ ਕੀ ਹੋਵੇ। ਅਸੀਂ ਤਿਉਹਾਰ ਤਾਂ ਮਨਾ ਰਹੇ ਹਾਂ, ਨਰਾਤੇ ਮਨਾ ਰਹੇ ਹਾਂ, ਦੁਸਹਿਰਾ ਮਨਾ ਰਹੇ ਹਾਂ, ਪਰ ਬਦੀ ਹਾਵੀ ਹੋਈ ਜਾ ਰਹੀ ਹੈ ਖਾਸ ਕਰਕੇ ਔਰਤਾਂ ਤੇ ਬੱਚੀਆਂ ਤੇ, ਜੋ ਪਹਿਲਾਂ ਹੀ ਇਸ ਸਿਸਟਮ ਵਿੱਚ ਜੋ ਪਹਿਲਾਂ ਹੀ ਹਾਸ਼ੀਏ ਤੇ ਹਨ। ਤਾਂ ਆਪਾਂ ਅਰਪਣ ਨੂੰ ਪੁੱਛਦੇ ਹਾਂ ਕਿ ਕੀ ਹੋਵੇ। ਅਸੀਂ ਧਰਮ ਦੇ ਵੱਡੇ ਨੇ, ਜੋ ਸਾਡੇ ਮੋਹਰੀ ਨੇ, ਧਰਮ ਦੇ ਆਗੂ ਨੇ, ਧਾਰਮਿਕ ਆਗੂ ਨੇ, ਜੋ ਸਾਡੀ ਨਿਆਂਪਾਲਿਕਾ ਹੈ ਜਾਂ ਜੋ ਸਾਡੇ ਚੁਣੇ ਹੋਏ ਪ੍ਰਤੀਨਿਧ ਨੇ, ਅਸੀਂ ਉਹਨਾਂ ਤੋਂ ਕੀ ਆਸ ਰੱਖੀਏ ਤੇ ਅਸੀਂ ਲੋਕਾਂ ਨੂੰ ਕੀ ਆਖੀਏ ਕਿ ਅਸੀਂ ਇਹ ਕੁਝ ਹੋਰ ਨਹੀਂ ਝੱਲਣਾ। ਪੂਜੋ ਨਾ ਪੂਜੋ ਸਾਨੂੰ, ਤੁਸੀਂ ਧੀਆਂ ਨੂੰ ਪੂਜੋ ਨਾ ਪੂਜੋ, ਪਰ ਇਹੋ ਜਿਹੇ ਬੇਇਨਸਾਫੀਆਂ, ਇਹੋ ਜਿਹਾ ਜ਼ੁਲਮ, ਇੰਨਾ ਘਿਨਾਉਣਾ ਕੁਝ ਨਾ ਕਰੋ। ਜਦੋਂ ਆਪਾਂ ਇਹਦੇ ਹੱਲ ਵਾਲੇ ਪਾਸੇ ਨੂੰ ਜਾਂਦੇ ਹਾਂ ਤਾਂ ਇਹ ਇੱਕ ਬਹੁਤ ਲੰਬੀ ਲੜਾਈ ਹੈ। ਇਹ ਲੜਾਈ ਜਿਹੜੀ ਹੈਗੀ ਹੈ ਨਾ, ਇਹ ਘਰਾਂ ਤੋਂ ਸ਼ੁਰੂ ਹੋ ਕੇ ਇਹ ਪੂਰੀ ਜਿਹੜੀ ਲੜਾਈ ਹੈਗੀ ਹੈ ਇਹ ਉਹਨਾਂ ਮਹਿਲ ਮੁਨਾਰਿਆਂ ਤੱਕ ਜਾਣੀ ਹੈ, ਉਹ ਪਾਰਲੀਮੈਂਟ ਤੱਕ ਹੋ ਕੇ ਲੰਘਣੀ ਹੈਗੀ ਹੈ, ਜਿੱਥੋਂ ਕਾਨੂੰਨ ਬਣਦੇ ਨੇ, ਜਿੱਥੋਂ ਸਾਰੇ ਰਾਹ ਨਿਕਲਦੇ ਨੇ। ਤਾਂ ਮੈਨੂੰ ਲੱਗਦਾ ਕਿ ਜਦੋਂ ਆਪਾਂ ਇਹ ਗੱਲ ਕਰਦੇ ਨੇ ਕਿ ਇਸ ਸਮੱਸਿਆ ਦਾ ਹੱਲ ਕੀ ਹੈ, ਤਾਂ ਇਹ ਹੱਲ ਸਾਡੇ ਕਲਚਰ ਨੂੰ ਬਦਲਦੇ ਹੋਏ, ਜਿਹੜਾ ਖਾਸ ਕਰ ਜਦੋਂ ਅਸੀਂ ਦੇਖੀਏ ਕਿ ਇੱਕ ਪਰਵਰਿਸ਼ ਦਾ ਜਿਹੜਾ ਕਲਚਰ ਸਾਡੇ ਘਰਾਂ ਦੇ ਵਿੱਚ ਹੈਗਾ, ਜਿਹੜਾ ਵਿਤਕਰਾ ਸਾਡੇ ਘਰਾਂ 'ਚ ਚੱਲਦਾ ਹੈਗਾ ਮੁੰਡੇ ਕੁੜੀ ਨੂੰ ਲੈ ਕੇ, ਜਿਹੜਾ ਰੀਤੀ ਰਿਵਾਜਾਂ 'ਚ ਮੁੰਡੇ ਕੁੜੀ 'ਚ ਵਿਤਕਰਾ ਜਿਹੜਾ ਸਾਡੇ ਘਰਾਂ ਦੇ ਵਿੱਚ ਵਿਚਰਦਾ ਹੈਗਾ, ਉਹਨੂੰ ਬਦਲਣ ਤੋਂ ਲੈ ਕੇ ਉਸ ਤੋਂ ਬਾਅਦ 'ਚ ਜਿਹੜਾ ਜੁਡੀਸ਼ੀਅਲ ਦੇ ਵਿੱਚ ਹੈਗਾ, ਜੁਡੀਸ਼ਰੀ ਦੇ ਵਿੱਚ ਜਿਹੜਾ ਕਾਨੂੰਨ ਜਿਹੜੇ ਹੈਗੇ ਉਹਨੂੰ ਸਖਤ ਕਰਨ ਦਾ ਮਸਲਾ ਹੈਗਾ। ਤੇ ਜਿਹੜੀ ਆ ਖਾਸ ਕਰ ਰੇਪ ਦੇ ਜਿਹੜੀ ਗੱਲ ਤਨਜੀਤ ਨੇ ਵੀ ਕੀਤੀ ਸੀ ਕਿ ਜਿਹੜੀ ਜੁਡੀਸ਼ੀਅਲ ਕਾਰਵਾਈ ਜਿਹੜੀ ਹੈਗੀ ਉਹ 7-7 8-8 ਸਾਲ ਲਾ ਦਿੰਦੀ ਹੈਗੀ ਹੈ। ਜਸਟਿਸ ਜਿਹੜਾ ਮਿਲਦਾ ਤਾਂ ਹੈਗਾ ਪਰ ਉਹ ਜਸਟਿਸ ਇੰਨਾ ਡਿਲੇਡ ਹੋ ਜਾਂਦਾ ਹੈ ਕਿ ਵਿਕਟਿਮ ਨੂੰ ਇਹ ਲੱਗਦਾ ਹੀ ਨਹੀਂਗਾ ਕਿ ਮੈਨੂੰ ਇਨਸਾਫ ਮਿਲਿਆ ਹੈਗਾ। ਉਹ ਜਿਹੜੀ ਪ੍ਰੋਸੈਸ ਹੈ ਉਹਨੂੰ ਸ਼ਾਰਟ ਕਰਨ ਦੀ ਡਿਮਾਂਡ ਹੈਗੀ ਆ ਸਾਡੇ ਕੋਲੇ ਉਹ ਜਿਹੜੇ ਸਾਡੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ, ਪਰ ਉਹ ਸਾਡੇ ਪਾਸੇ ਭੁਗਤ
ਜਿੱਤਦੇ ਨਹੀਂਗੇ, ਉਹ ਸਾਨੂੰ ਹਮੇਸ਼ਾ ਆਪੋਜ਼ਿਟ ਲੀਚ ਵਿੱਚ ਜਿਹੜੇ ਹੈਗੇ ਉਹ ਖੜੇ ਹੁੰਦੇ ਦਿਖਾਈ ਦਿੰਦੇ ਹੈਗੇ ਨੇ। ਉਹ ਸ਼ਾਇਦ ਜਿੰਨੇ ਵੀ ਰੇਪ ਕੇਸਿਸ ਹੈਗੇ ਨੇ ਉਹ ਹਮੇਸ਼ਾ ਇਹ ਹੁੰਦਾ ਕਿ ਕੁੜੀ 2 ਵਜੇ ਘਰੋਂ ਬਾਹਰ ਕਿਉਂ ਸੀ ਜੀ, ਕੁੜੀ ਨੇ ਕੱਪੜੇ ਛੋਟੇ ਕਿਉਂ ਪਾਏ ਸੀ ਜੀ, ਕੁੜੀ ਮੁੰਡੇ ਨਾਲ ਗਈ ਕਿਉਂ ਸੀ ਜੀ, ਹਨਾ, ਕੁੜੀ ਨੇ ਆਟੋ ਲਿਆ ਕਿਉਂ ਸੀ ਜੀ। ਮਤਲਬ ਇਹ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਸਵਾਲ ਕਰਨ ਤੱਕ ਵੀ ਹੈਗਾ। ਤਾਂ ਜਿਹੜੀ ਮੇਰਾ ਓਵਰਆਲ ਮੰਨਣਾ ਇਹ ਹੈਗਾ ਕਿ ਇਹ ਲੜਾਈ ਬਹੁਤ ਲੰਬੀ ਹੈ। ਇਹ ਲੜਾਈ 'ਚ ਜਿਹੜੇ ਸਭ ਤੋਂ ਵੱਡਾ ਲੜਾਕੂ ਫੋਰਸ ਹੈ ਉਹ ਸਾਡੀਆਂ ਔਰਤਾਂ ਹੀ ਹੋਣਗੀਆਂ। ਔਰਤਾਂ ਨੂੰ ਇਹਨਾਂ ਜ਼ੁਲਮਾਂ ਖਿਲਾਫ ਸੜਕਾਂ ਤੇ ਆਉਣਾ ਚਾਹੀਦਾ, ਇਹਨਾਂ ਜ਼ੁਲਮਾਂ ਖਿਲਾਫ ਖੜਾ ਹੋਣਾ ਪਊਗਾ। ਇਹ ਸਾਡੀਆਂ ਗਲੀ ਮੁਹੱਲੇ ਚੌਂਕੇ ਚੁੱਲ੍ਹੇ ਵਾਲੀਆਂ ਮਾਵਾਂ ਨੇ, ਜਿਹੜੀਆਂ ਸਾਡੀਆਂ ਦਾਦੀਆਂ ਨੇ, ਉਹਨਾਂ ਨੂੰ ਉੱਠਣਾ ਪੈਣਾ ਹੈ, ਕਿਉਂਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਖਤਰੇ 'ਚ ਨੇ। ਕਿਉਂਕਿ ਜੇ ਇਹੀ ਹਾਲ ਚੱਲਦਾ ਰਿਹਾ ਸਾਡੀਆਂ ਪੀੜ੍ਹੀਆਂ ਨਹੀਂ ਬਚਣੀਆਂ। ਤਾਂ ਸਮਾਜ 'ਚ 2 ਹੀ ਜਣੇ ਨੇ, ਇੱਕ ਮਰਦ ਹੈ ਇੱਕ ਔਰਤ ਹੈ। ਜਦੋਂ ਮੰਨ ਲਿਆ ਕਿ ਇੱਕ ਵਰਗ ਜਿਹੜਾ ਹੈਗਾ ਉਹ ਖਤਰੇ ਦੇ ਵਿੱਚ ਹੈਗਾ ਤਾਂ ਉਹਨੂੰ ਆਪਦੀ ਹੋਂਦ, ਆਪਦੀ ਜਿਹੜਾ ਐਗਜ਼ਿਸਟੈਂਸ ਹੈ ਉਹਨੂੰ ਬਚਾਉਣ ਲਈ ਲੜਾਈ ਲੜਨੀ ਪੈਣੀ ਹੈਗੀ ਹੈ। ਉਹ ਲੜਾਈ ਲੜੇ ਬਗੈਰ ਇਹਨਾਂ ਚੀਜ਼ਾਂ ਦਾ ਹੱਲ ਮੈਨੂੰ ਤਾਂ ਨਹੀਂ ਲੱਗਦਾ ਹੋ ਸਕਦਾ ਹੈਗਾ। ਕਿਉਂਕਿ ਇਹ ਹੈਗਾ ਕਿ ਰੇਪ ਕਿਹਨੇ ਕੀਤਾ, ਰੇਪ ਕੁੜੀ ਦਾ ਹੋਇਆ, ਰੇਪ ਇੱਕ ਮੇਲ ਨੇ ਕੀਤਾ ਹੈਗਾ। ਤੇ ਕੁਐਸਚਨ ਆਉਣੇ ਨੇ ਉਹ ਇਹ ਨਹੀਂਗਾ ਕਿ ਮੈਂ ਅਗਰ ਮੇਲ ਤੇ ਕੁਐਸਚਨ ਠਾ ਰਹੀ ਹਾਂ ਤਾਂ ਮੈਂ ਕੋਈ ਬਹੁਤ ਐਂਟੀ ਮੇਲ ਹੋ ਗਈ ਹਾਂ, ਨਹੀਂ। ਉਹ ਇਸ ਲਈ ਹੈ ਕਿ ਉਹ ਘਟਨਾ ਵਾਪਰੀ ਹੈ ਤੇ ਉਹ ਘਟਨਾ ਦੀ ਨਿਸ਼ਪਕਸ਼ ਜਾਂਚ ਹੋਣੀ ਲਾਜ਼ਮ ਹੈਗੀ ਹੈ। ਸਾਨੂੰ ਉਹਦੇ ਤੇ ਕੋਈ ਆਰਗੂਮੈਂਟ ਨਹੀਂ ਬਿੜਨੇ ਚਾਹੀਦੇ, ਸਾਨੂੰ ਉਹਤੇ ਆਰਗੂਮੈਂਟ ਨਹੀਂ ਬਣਾਉਣੇ ਚਾਹੀਦੇ। ਸਾਨੂੰ ਸਿੱਧਾ ਇਹ ਕਰਨਾ ਚਾਹੀਦਾ ਵੀ ਇਹ ਘਟਨਾ ਸਾਡੇ ਕੋਲ ਰਿਪੋਰਟ ਹੋਈ ਹੈ, ਇਹਦੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਨਤੀਜੇ ਹੋਣਗੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਤੇ ਉਹਦੇ ਨਾਲ ਨਾਲ ਜਿਹੜਾ ਸਾਡਾ ਕਲਚਰਲ ਜਿਹੜੇ ਚੇਂਜਸ ਨੇ, ਜਿਹੜੇ ਕਲਚਰਲ ਨੋਰਮਸ ਜਿਹੜੇ ਪਏ ਨੇ, ਜਿਹੜਾ ਅਸੀਂ ਖਾਸ ਕਰ ਅੱਜ ਦੇ ਤਿਉਹਾਰ 'ਚ ਇਹ ਹੈ ਵੀ ਜਿਹੜੇ ਕੰਜਕਾਂ ਅਸੀਂ ਪੂਜਦੇ ਆ ਉਹ ਸਿਰਫ ਇਹ ਨਾ ਹੋਵੇ ਸਾਡੀਆਂ ਧਰਮ ਗ੍ਰੰਥ ਤੇ ਸਾਡੀਆਂ ਕਿਤਾਬਾਂ 'ਚ ਅਸੀਂ ਪੂਜੀਏ, ਉਹਨੂੰ ਸਾਨੂੰ ਅਸਲ ਜ਼ਿੰਦਗੀ ਦੇ ਵਿੱਚ ਵੀ ਪੂਜਣਾ ਚਾਹੀਦਾ। ਤੇ ਉਹ ਰਿਸਪੈਕਟ ਜਿਹੜੀ ਹੈ ਐਜ਼ ਅ ਹਿਊਮਨ ਜਿਹੜੀ ਔਰਤ ਨੂੰ ਮਿਲਣੀ ਚਾਹੀਦੀ, ਇਨਸਾਨ ਹੋਣ ਦੀ ਜਿਹੜੀ ਇੱਜ਼ਤ ਹੈਗੀ ਆ ਉਹ ਸਾਨੂੰ ਔਰਤ ਨੂੰ ਦੇਣੀ ਹੀ ਪਊਗੀ। ਤਾਂ ਹੀ ਇਹਨਾਂ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਹੋ ਸਕਦਾ ਹੈਗਾ। ਨਿਰਭੈ ਕਾਂਡ ਤੋਂ ਮਗਰੋਂ ਰੇਪ ਕੇਸਾਂ ਨੂੰ ਫਾਸਟ ਟਰੈਕ ਕਰ ਦਿੱਤਾ ਗਿਆ ਸੀ, ਪਰ ਜਿੰਨੀਆਂ ਹੁਣ ਘਟਨਾਵਾਂ ਵਾਪਰੀਆਂ ਉਹਨਾਂ 'ਚ ਨਿਆਂ ਦਾ ਸਭ ਦੇ ਸਾਹਮਣੇ ਹੈ। ਮੀਡੀਆ ਨੇ ਟਰਾਇਲ ਚਲਾਇਆ, ਜਿਸ ਤਰ੍ਹਾਂ ਹਸਨਪ੍ਰੀਤ ਨੇ ਆਖਿਆ, ਤਨਜੀਤ ਨੇ ਜੋ ਹੱਲ ਦੱਸੇ ਨੇ, ਅਤੇ ਜਿਸ ਤਰ੍ਹਾਂ ਅਰਪਣ ਨੇ ਆਖਿਆ ਕਿ ਉਹਨਾਂ ਦੇ ਪਹਿਰਾਵੇ ਤੇ ਔਰਤਾਂ ਦੇ ਦੇਰ ਸਵੇਰ ਜਾਣ ਤੇ ਸਵਾਲ ਕੀਤੇ ਜਾਂਦੇ ਨੇ। ਜੇ ਅਸੀਂ ਪਹਿਰਾਵੇ ਦੀ ਗੱਲ ਕਰਦੇ ਹਾਂ ਤਾਂ ਨਿੱਕੀਆਂ ਬੱਚੀਆਂ ਦਾ ਪਹਿਰਾਵਾ ਕਿਵੇਂ ਵੀ ਤਥਾ ਕਥਿਤ ਉਕਸਾਊ ਨਹੀਂ ਹੁੰਦਾ। ਤੇ ਜਿਸ ਤਰ੍ਹਾਂ ਕਨੂਪ੍ਰਿਆ ਨੇ ਆਖਿਆ ਕਿ ਇਹਦੀਆਂ ਜੜ੍ਹਾਂ ਪੈਟਰੀਆਰਕੀ 'ਚ ਪਈਆਂ ਨੇ, ਜਾਂ ਧਰਮ ਤੇ ਕਲਚਰ ਜੋ ਔਰਤਾਂ ਤੇ ਗਰੀਬਾਂ ਨੂੰ, ਹਾਸ਼ੀਏ ਤੇ ਧੱਕੇ ਹੋਏ ਲੋਕਾਂ ਨੂੰ, ਦਲਿਤਾਂ ਨੂੰ ਦਬਾਉਣ ਦਾ ਸਾਧਨ ਨੇ, ਦਬਾਉਣ ਦਾ ਟੂਲ ਨੇ। ਤੇ ਸਾਨੂੰ ਇਹਨਾਂ ਸਾਰਿਆਂ ਤੇ ਸਵਾਲ ਕਰਨਾ ਪਏਗਾ। ਅੱਜ ਦੀ ਚਰਚਾ ਅਸੀਂ ਇਸੇ ਤੇ ਰੱਖੀ ਸੀ ਕਿ ਜਦੋਂ ਨਰਾਤਿਆਂ ਦੇ ਦਿਨ ਚੱਲ ਰਹੇ ਹੋਣ, ਦੁਸਹਿਰੇ ਦੀ ਅਸੀਂ ਨੇਕੀ ਦੀ ਜਿੱਤ ਦੇ ਜਸ਼ਨ ਮਨਾ ਰਹੇ ਹੋਈਏ, ਤਾਂ ਉਹੋ ਜਿਹੇ ਵੇਲੇ ਨਿੱਕੀਆਂ ਨਿੱਕੀਆਂ ਬੱਚੀਆਂ 6-6, 5-5 ਸਾਲ ਦੀਆਂ ਨਾਲ, 8-8 ਸਾਲ ਦੀਆਂ ਨਾਲ ਕੀ ਹੋ ਰਿਹਾ, ਔਰਤਾਂ ਨਾਲ ਕੀ ਹੋ ਰਿਹਾ। ਸਿਰਫ ਇਹਦੇ ਤੇ ਇੱਕ ਸਵਾਲ ਹੈ, ਇਹਦੇ ਤੇ ਅਸੀਂ ਸਵਾਲ ਛੇੜਿਆ। ਸਵਾਲ ਪਹਿਲਾਂ ਵੀ ਤੁਰਦੇ ਆਏ ਨੇ, ਪਰ ਹੁਣ ਜਿਸ ਤਰ੍ਹਾਂ ਦਾ ਜ਼ੁਲਮ ਵੱਧ ਗਿਆ, ਇਹ ਸਵਾਲ ਸਾਨੂੰ ਸਾਰਿਆਂ ਨੂੰ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ। ਅਸੀਂ ਧੰਨਵਾਦ ਕਰਦੇ ਹਾਂ ਅਰਪਣ ਜੀ ਦਾ, ਕਨੂਪ੍ਰਿਆ ਜੀ ਦਾ, ਹਸਨਪ੍ਰੀਤ ਜੀ ਦਾ ਅਤੇ ਤਨਜੀਤ ਜੀ ਦਾ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਟੀਵੀ ਪੰਜਾਬ ਵੱਲੋਂ ਇਹਨਾਂ 4 ਹਸਤੀਆਂ ਦਾ ਧੰਨਵਾਦ ਜੀ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਮੈਂ ਕੈਮਰਾਮੈਨ ਕਮਲ ਹੋਰਾਂ ਨਾਲ ਦਵੀ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।